जय भारत। नमो बुधाय। ਅੱਜ ਅਸੀਂ क्रांतिकारी रहबर सतगुरु रविदास जी की ये जो बुक है, किताब है, जो कि साढ़े बहुत ही मशहूर लेखक प्रोफैसर निर्मल गुरु जी ने लिखी है, जिसਦੇ ਵਿੱਚ ਉਹਨਾਂ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਦੇ ਬਾਰੇ ਅਤੇ ਉਹਨਾਂ ਦਾ ਸਾਡੇ ਸਮਾਜ ਲਈ ਸੰਦੇਸ਼ ਇਸੇ ਬਾਰੇ ਦੱਸਿਆ ਹੈ। ਸੋ ਅਸੀਂ ਇਸ ਕਿਤਾਬ ਨੂੰ ਪੜ੍ਹਦੇ ਹਾਂ ਤੇ ਔਰ ਦੇਖਦੇ ਹਾਂ ਕਿ ਸਤਿਗੁਰੂ ਰਵਿਦਾਸ ਜੀ ਸਾਨੂੰ ਕੀ ਸੰਦੇਸ਼ ਦੇ ਰਹੇ ਹਨ ਅਤੇ ਅਸੀਂ ਉਸ 'ਤੇ ਕਿੱਦਾਂ ਆਚਰਣ ਕਰਨਾ ਹੈ। ਅਸੀਂ ਸਾਰੇ ਸਤਿਗੁਰੂ ਰਵਿਦਾਸ ਜੀ ਨੂੰ ਆਪਣਾ ਗੁਰੂ ਮੰਨਦੇ ਹਾਂ ਤੇ ਉਹਨਾਂ ਦੀ ਬਾਣੀ ਵੱਲ ਥੋੜ੍ਹਾ ਜਿਹਾ ਧਿਆਨ ਲੈ ਕੇ ਚੱਲਦੇ ਹਾਂ। ਸੋ ਸਾਥੀਓ, ਆ ਜਾਓ ਆਪਾਂ ਇਸ ਕਿਤਾਬ ਨੂੰ ਹੌਲੀ ਹੌਲੀ ਪੜ੍ਹੀਏ। ਪਹਿਲੇ ਪੰਨੇ ਤੇ ਚੱਲਦੇ ਹਾਂ। ਇਸਦਾ ਪਹਿਲਾ ਪੰਨਾ ਹੈ ਗੁਰੂ ਰਵਿਦਾਸ ਜੀ ਅਤੇ ਉਹਨਾਂ ਦਾ ਅਮਰ ਸੰਦੇਸ਼। ਸਾਡੇ ਲਈ ਗੁਰੂ ਰਵਿਦਾਸ ਜੀ ਦਾ ਜੋ ਸੰਦੇਸ਼ ਹੈ ਉਹ ਇਸ ਵਿੱਚ ਦੁਹਰਾਇਆ ਗਿਆ ਹੈ। ਸਭ ਤੋਂ ਪਹਿਲਾਂ ਉਹਨਾਂ ਦੇ ਜਨਮ ਬਾਰੇ ਦੱਸਿਆ ਗਿਆ ਹੈ ਕਿ ਸਤਿਗੁਰੂ ਰਵਿਦਾਸ ਜੀ ਦਾ ਜਨਮ ਭਾਰਤ ਦੇ ਪ੍ਰਾਚੀਨ ਸ਼ਹਿਰ ਬਨਾਰਸ ਦੇ ਨਜ਼ਦੀਕ ਮੰਡੂ ਆਡੀਆ ਨਾਮਕ ਸਥਾਨ ਤੇ 1433 ਬਿਕਰਮੀ ਸੰਮਤ 1376 ਈਸਵੀ ਵਿੱਚ ਹੋਇਆ ਸੀ। ਸਤਿਗੁਰੂ ਰਵਿਦਾਸ ਜੀ ਦਾ ਜਨਮ 1376 ਈਸਵੀ ਵਿੱਚ ਬਨਾਰਸ ਵਿਖੇ ਹੋਇਆ ਸੀ। ਗੁਰੂ ਜੀ ਦੀ ਜਨਮ ਮਿਤੀ ਸੰਬੰਧੀ ਅੱਜ ਵੀ ਵੱਖ-ਵੱਖ ਵਿਦਵਾਨਾਂ ਵਿੱਚ ਮਤਭੇਦ ਹਨ, ਪਰ ਇਹ ਮਿਤੀ ਕੁਝ ਜ਼ਿਆਦਾ ਪ੍ਰਮਾਣਿਤ ਮੰਨੀ ਜਾਂਦੀ ਹੈ। ਬਨਾਰਸ ਦੀ ਇਤਿਹਾਸਕ ਮਹੱਤਤਾ ਇਹ ਹੈ ਕਿ ਇਹ ਬਿਲਕੁਲ ਸਾਰਨਾਥ ਦੇ ਨਜ਼ਦੀਕ ਹੈ, ਜਿੱਥੇ ਭਗਵਾਨ ਬੁੱਧ ਨੇ ਬੁੱਧ ਗਇਆ ਵਿੱਚ ਗਿਆਨ ਪ੍ਰਾਪਤੀ ਉਪਰੰਤ ਧੰਮ ਚੱਕਰ ਨੂੰ ਗਤੀਮਾਨ ਕੀਤਾ ਸੀ ਅਤੇ ਆਪਣਾ ਪਹਿਲਾ ਧੰਮ ਉਪਦੇਸ਼ ਈਸਾ ਪਤਨ ਸਥਾਨ ਪਰ ਪੰਚਵੱਗੀਆ ਭਿੱਖੂ ਸੰਘ ਨੂੰ ਦਿੱਤਾ ਸੀ। ਸਤਿਗੁਰੂ ਰਵਿਦਾਸ ਜੀ ਨੇ ਉੱਥੇ ਜਿੱਥੇ ਭਗਵਾਨ ਬੁੱਧ ਨੇ ਪੰਚਵੱਗੀਆ ਭਿੱਖੂਆਂ ਨੂੰ ਪਹਿਲਾ ਧਰਮ ਦਾ ਉਪਦੇਸ਼ ਦਿੱਤਾ ਸੀ, ਉਸ ਦੇ ਕੋਲ ਹੀ ਸਤਿਗੁਰੂ ਰਵਿਦਾਸ ਜੀ ਦਾ ਜਨਮ ਹੋਇਆ ਸੀ, ਜਿਸ ਨੂੰ ਬਨਾਰਸ ਕਹਿੰਦੇ ਆ। ਪਰ ਸਤਿਗੁਰੂ ਰਵਿਦਾਸ ਜੀ ਦੇ ਆਗਮਨ ਸਮੇਂ ਇਹ ਬਨਾਰਸ ਵਹਿਮਾਂ ਭਰਮਾਂ ਅਤੇ ਕਰਮਕਾਂਡਾਂ ਦੀ ਧਰਤੀ ਬਣ ਚੁੱਕਾ ਸੀ। ਉਸੇ ਬਹੁਤ ਜ਼ਿਆਦਾ ਕਰਮਕਾਂਡ ਵਹਿਮ ਭਰਮ ਹੁੰਦੇ ਸੀ। ਗੁਰੂ ਰਵਿਦਾਸ ਜੀ ਦੇ ਜਨਮ ਸਮੇਂ ਨਾਲ ਸੰਬੰਧਿਤ ਕਈ ਕਹਾਣੀਆਂ ਘੜੀਆਂ ਗਈਆਂ ਹਨ, ਪਰ ਉਹਨਾਂ ਦਾ ਆਪਸ ਵਿੱਚ ਕੋਈ ਮੇਲ ਨਹੀਂ ਹੈ। ਜੇਕਰ ਉਹਨਾਂ ਵਿਚਕਾਰ ਕੋਈ ਮੇਲ ਨਹੀਂ ਤਾਂ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਸੱਚੀ ਅਤੇ ਸਹੀ ਮੰਨਣਾ ਵੀ ਤਰਕ ਸੰਗਤ ਨਹੀਂ ਹੋਵੇਗਾ। ਇਸ ਹੱਥ ਪੁਸਤਕ ਨੂੰ ਲਿਖਣ ਦਾ ਉਦੇਸ਼ ਸਮਾਜ ਅੰਦਰ ਉਸ ਵਿਚਾਰਧਾਰਾ ਦਾ ਪ੍ਰਵਾਹ ਕਰਨਾ ਹੈ ਜਿਹੜੀ ਗੁਰੂ ਰਵਿਦਾਸ ਜੀ ਦੀ ਬਾਣੀ ਵਿੱਚ ਦਰਜ ਹੈ। ਸੋ ਸਾਡੇ ਲੇਖਕ ਜੀ ਨੇ ਜੇ ਕਿਤਾਬ ਲਿਖੀ ਆ ਉਹ ਸਿਰਫ ਇਸੇ ਉਦੇਸ਼ ਨਾਲ ਲਿਖੀ ਹੈ ਕਿ ਜਿਹੜੀ ਉਹਨਾਂ ਦੀ ਵਿਚਾਰਧਾਰਾ, ਰਵਿਦਾਸ ਜੀ ਦੀ ਵਿਚਾਰਧਾਰਾ, ਉਹ ਜਨ ਜਨ ਤੱਕ ਪਹੁੰਚ ਸਕੇ। ਸੋ ਅੱਗੇ ਚੱਲਦੇ ਹਾਂ। ਸਤਿਗੁਰੂ ਰਵਿਦਾਸ ਜੀ ਨਾਲ ਸੰਬੰਧਿਤ ਜੇਕਰ ਸਾਰੀਆਂ ਕਥਾ ਕਹਾਣੀਆਂ ਨੂੰ ਇੱਕ ਪਾਸੇ ਕਰਤਾ ਜਾਵੇ ਅਤੇ ਸਿਰਫ ਸਤਿਗੁਰੂ ਰਵਿਦਾਸ ਜੀ ਦੇ ਆਪਣੇ ਕਥਨਾਂ ਅਤੇ ਬਚਨਾਂ ਨੂੰ ਹੀ ਸੱਚ ਮੰਨ ਲਿਆ ਜਾਵੇ ਤਾਂ ਉਹਨਾਂ ਦੀ ਬਾਣੀ ਵਿੱਚ ਜੋ ਜੋ ਨਿਕਲ ਕੇ ਬਾਹਰ ਆਉਂਦਾ ਹੈ ਉਸ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਉਹਨਾਂ ਦਾ ਜਨਮ ਜਿਹੜੇ ਵੀ ਹਾਲਾਤਾਂ ਵਿੱਚ ਹੋਇਆ ਹੋਵੇ, ਪਰ ਉਹ ਜਿਸਮਾਨੀ ਅਤੇ ਅਧਿਆਤਮਿਕ ਪੱਖੋਂ ਕਾਫੀ ਬਲਵਾਨ ਅਤੇ ਵਿਦਵਾਨ ਸਨ, ਪਰ ਅਤੇ ਉਹਨਾਂ ਦੀ ਵਿਚਾਰਧਾਰਾ ਅਧਿਆਤਮਿਕ ਹੋਣ ਦੇ ਨਾਲ ਨਾਲ ਕ੍ਰਾਂਤੀਕਾਰੀ ਵੀ ਸੀ। ਇੱਕ ਮਨੁੱਖ ਦਾ ਸਮਾਜਿਕ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ, ਸਮਾਜਿਕ ਨਜ਼ਰੀਆ ਕਿਹੋ ਜਿਹਾ ਹੋਣਾ ਚਾਹੀਦਾ ਹੈ, ਸਾਨੂੰ ਕਿਹੜੀਆਂ ਕੁਰੀਤੀਆਂ ਅਤੇ ਅਲਾਮਤਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਉਹ ਕਿਹੜੇ ਗੁਣ ਹਨ ਜੋ ਸਾਨੂੰ ਅਪਣਾਉਣੇ ਚਾਹੀਦੇ ਹਨ ਤਾਂ ਜੋ ਮਨੁੱਖ ਅਤੇ ਸਮਾਜ ਤਰੱਕੀ ਕਰ ਸਕੇ। ਜੋ ਸਤਿਗੁਰੂ ਰਵਿਦਾਸ ਜੀ ਦਾ ਜੀਵਨ ਸੰਦੇਸ਼ ਸੀ ਉਹ ਉਹਨਾਂ ਵੱਲੋਂ ਆਪਣੀ ਬਾਣੀ ਵਿੱਚ ਲਿਖ ਦਿੱਤਾ ਗਿਆ। ਸਤਿਗੁਰੂ ਰਵਿਦਾਸ ਜੀ ਦੇ ਜੀਵਨ, ਉਪਦੇਸ਼ ਅਤੇ ਸੰਘਰਸ਼ ਉੱਪਰ ਖੋਜ ਕਰਨ ਵਾਲੇ ਵਿਦਵਾਨ ਇਸ ਤੱਥ ਉੱਪਰ ਇਕਮਤ ਹਨ ਕਿ ਸਤਿਗੁਰੂ ਰਵਿਦਾਸ ਜੀ ਦੀ ਕਾਫੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਵੀ ਮੌਜੂਦ ਹੈ, ਜੋ ਵੱਖ-ਵੱਖ ਸਥਾਨਾਂ ਦੇ ਲੋਕ ਸਮੇਂ-ਸਮੇਂ ਤੇ ਉਜਾਰਦੇ ਰਹਿੰਦੇ ਹਨ। ਸਤਿਗੁਰੂ ਰਵਿਦਾਸ ਜੀ ਦੀ ਬਾਣੀ ਵਿੱਚ ਸਥਾਪਿਤ ਵਿਵਸਥਾ ਦੇ ਖਿਲਾਫ ਵਿਦਰੋਹ, ਸਮਾਜਿਕ ਪਰਿਵਰਤਨ, ਆਰਥਿਕ ਮੁਕਤੀ ਅਤੇ ਸਮਤਾ ਸਮਾਨਤਾ ਦੇ ਲਈ ਸੰਘਰਸ਼ ਦੇ ਭਰਾ ਪ੍ਰਗਟ ਹੁੰਦੇ ਹਨ। ਇੱਕ ਰਾਜੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਇਹ ਕਹਿ ਦੇਣਾ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅਨ, ਛੋਟ ਬੜੇ ਸਭ ਸਮ ਬਸੇ रविदास रहे प्रसन्न। देखो गुरुदास जी की कह रहे, ऐसा चाहूं राज में जहां मिले सबन को वन, छोट बड़े सब सम बसे रविदास रहे प्रसन्न। उस समय ਦੇ ਹਾਲਾਤਾਂ ਅਨੁਸਾਰ ਇਹ ਕੋਈ ਛੋਟੀ ਗੱਲ ਨਹੀਂ ਹੈ। ਅੱਜ ਦੇ ਬਦਲੇ ਹਾਲਾਤਾਂ ਦੇ ਸਦਨਮ ਵਿੱਚ ਜੇਕਰ ਇਸ ਗੱਲ ਨੂੰ ਵਿਚਾਰਿਆ ਜਾਵੇ ਤਾਂ ਕਈ ਵਾਰ ਇੱਕ ਪੜ੍ਹੇ ਲਿਖੇ ਅਤੇ ਧਨਵਾਨ ਵਿਅਕਤੀ ਦੀ ਵੀ ਇੰਨੀ ਹਿੰਮਤ ਅਤੇ ਹੌਸਲਾ ਨਹੀਂ ਕਿ ਉਹ ਸਮੇਂ ਦੇ ਹਾਕਮ ਅੱਗੇ ਹਿੱਕ ਤਾਣ ਕੇ ਬੇਖੌਫ ਹੋ ਕੇ ਆਖ ਦਵੇ ਕਿ ਮੇਰੀ ਲੋਕ ਕਲਿਆਣ ਦੇ ਹਿੱਤ ਵਿੱਚ ਇਹ ਮੰਗ ਹੈ। ਉਲਟਾ ਸਾਡੇ ਲੋਕ ਹੱਥ ਹੀ ਜੋੜੀ ਜਾਣਗੇ। ਇੱਥੇ
ਇਹ ਵੀ ਗੱਲ ਵੀ ਕਾਬਲੇ ਗੌਰ ਹੈ ਕਿ ਸਤਿਗੁਰੂ ਜੀ ਨੇ ਇਹ ਨਹੀਂ ਕਿਹਾ ਕਿ ਉਸ ਸਮੇਂ ਦੇ ਸਮਾਜਿਕ ਢਾਂਚੇ ਤੋਂ ਪੀੜਤ ਜਨਤਾ ਨੂੰ ਹੀ ਪੇਟ ਭਰ ਕੇ ਰੋਟੀ ਮਿਲਣੀ ਚਾਹੀਦੀ ਹੈ, ਸਗੋਂ ਉਹਨਾਂ ਨੇ ਕਿਹਾ ਕਿ ਸਮੁੱਚੀ ਮਨੁੱਖਤਾ ਨੂੰ ਪੇਟ ਭਰ ਕੇ ਭੋਜਨ ਮਿਲਣਾ ਚਾਹੀਦਾ ਹੈ। ਇੱਕ ਵਾਰੀ ਫੇਰ ਇਸ ਗੱਲ ਤੇ ਧਿਆਨ ਦਿੰਦੇ ਆ। ਇੱਥੇ ਇਹ ਵੀ ਗੱਲ ਕਾਬਲੇ ਗੌਰ ਹੈ ਕਿ ਸਤਿਗੁਰੂ ਜੀ ਨੇ ਇਹ ਨਹੀਂ ਕਿਹਾ ਕਿ ਉਸ ਸਮੇਂ ਦੇ ਸਮਾਜਿਕ ਢਾਂਚੇ ਤੋਂ ਪੀੜਤ ਜਨਤਾ ਨੂੰ ਹੀ ਪੇਟ ਭਰ ਕੇ ਰੋਟੀ ਮਿਲਣੀ ਚਾਹੀਦੀ ਹੈ, ਸਗੋਂ ਉਹਨਾਂ ਨੇ ਕਿਹਾ ਕਿ ਸਮੁੱਚੀ ਮਨੁੱਖਤਾ ਨੂੰ ਪੇਟ ਭਰ ਕੇ ਭੋਜਨ ਮਿਲਣਾ ਚਾਹੀਦਾ ਹੈ। ਇਸ ਸਮਤਾ ਵਾਲੇ ਵਰਤਾਰੇ ਵਿੱਚ ਹੀ ਮੇਰੀ ਪ੍ਰਸੰਨਤਾ ਹੈ। ਮਤਲਬ ਇਹ ਸਮਤਾ ਸਾਰਿਆਂ ਦੇ ਵਿੱਚ ਹੋਣੀ ਚਾਹੀਦੀ। ਇਸ ਲਈ ਸਤਿਗੁਰੂ ਰਵਿਦਾਸ ਜੀ ਦਾ ਸਤਿਕਾਰ ਸਮੁੱਚੀ ਮਨੁੱਖਤਾ ਨੂੰ ਕਰਨਾ ਚਾਹੀਦਾ ਹੈ, ਨਾ ਕਿ ਸਿਰਫ ਉਹਨਾਂ ਦੀ ਕੌਮ ਵਿੱਚ ਜਨਮੇ ਲੋਕਾਂ ਵੱਲੋਂ ਹੀ। ਹੁਣ ਇੱਥੇ ਇਹ ਗੱਲ ਵੀ ਧਿਆਨ ਦੇਣੀ ਚਾਹੀਦੀ ਹੈ ਕਿ ਸਤਿਗੁਰੂ ਰਵਿਦਾਸ ਜੀ ਦਾ ਸਮੁੱਚੀ ਮਨੁੱਖਤਾ ਨੂੰ ਸਤਿਕਾਰ ਕਰਨਾ ਚਾਹੀਦਾ ਹੈ, ਇਕੱਲੀ ਇੱਕ ਜਾਤੀ ਨੂੰ ਨਹੀਂ, ਕਿਉਂਕਿ ਉਹਨਾਂ ਨੇ ਸਰਬ ਸਾਂਝੀ ਗੱਲ ਕੀਤੀ ਹੈ। ਸਾਰੀ ਜਨਤਾ ਦੇ ਲਈ ਉਹਨਾਂ ਨੇ ਸੁਖ ਸ਼ਾਂਤੀ ਮੰਗੀ ਆ, ਭਰ ਪੇਟ ਰੋਟੀ ਮੰਗੀ ਆ। ਪਰ ਇਸ ਪ੍ਰਕਾਰ ਨਹੀਂ ਹੋ ਰਿਹਾ। ਅੱਜ ਅਸੀਂ ਦੇਖ ਰਹੇ ਹਾਂ ਇਸ ਪ੍ਰਕਾਰ ਨਹੀਂ ਹੋ ਰਿਹਾ। ਸਮੁੱਚੀ ਮਨੁੱਖਤਾ ਦਾ ਭਲਾ ਮੰਗਣ ਵਾਲੇ ਮਹਾਂਪੁਰਸ਼ਾਂ ਨੂੰ ਸਿਰਫ ਇੱਕ ਹੀ ਕੌਮ ਦੇ ਲੋਕਾਂ ਦਾ ਰਹਿਬਰ ਬਣਾ ਦਿੱਤਾ ਜਾਣਾ ਸਤਿਗੁਰੂ ਰਵਿਦਾਸ ਜੀ ਦੀ ਸੱਚੀ ਸੁੱਚੀ ਸ਼ਖਸੀਅਤ ਅਤੇ ਵਿਚਾਰਧਾਰਾ ਨਾਲ ਸਰਾਸਰ ਬੇਇਨਸਾਫੀ ਹੈ। ਇਸ ਤੋਂ ਇਹ ਭਾਵ ਨਿਕਲਦਾ ਕਿ ਇਸ ਦੇਸ਼ ਦੇ ਮੂਲ ਨਿਵਾਸੀ ਨੂੰ ਅੱਜ ਵੀ ਨੀਚ ਹੀ ਸਮਝਿਆ ਜਾ ਰਿਹਾ ਹੈ ਅਤੇ ਸਤਿਗੁਰੂ ਰਵਿਦਾਸ ਜੀ ਨੂੰ ਨੀਚਾਂ ਦਾ ਰਹਿਬਰ। ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿੱਥੇ ਸਾਡੇ ਸਤਿਗੁਰੂ ਰਵਿਦਾਸ ਜੀ ਔਰ ਜਿਹੜੀ ਜਾਤੀ ਉਹਨਾਂ ਨੂੰ ਮੰਨ ਰਹੀ ਆ, ਉਹ ਜਾਤੀ ਇਸ ਸਮਾਜ ਦੇ ਵਿੱਚ ਨੀਚ ਮੰਨੀ ਜਾ ਰਹੀ ਹੈ। ਤਾਂ ਫਿਰ ਜਿਹੜੀ ਜਾਤੀ ਨੀਚ ਆ, ਉਹਨਾਂ ਦਾ ਜਿਹੜਾ ਰਹਿਬਰ ਹੋਊਗਾ ਉਹ ਵੀ ਨੀਚ ਹੀ ਸਮਝਿਆ ਜਾਊਗਾ। ਜਿੱਥੇ ਸਤਿਗੁਰੂ ਰਵਿਦਾਸ ਜੀ ਦਾ ਅਪਮਾਨ ਹੈ, ਉੱਥੇ ਉਹਨਾਂ ਦੀ ਨਾਮਲੇਵਾ ਸੰਗਤ ਅਤੇ ਪੈਰਾਕਾਰਾਂ ਦੀ ਜ਼ਮੀਨ ਨੂੰ ਵੰਗਾਰ ਹੈ। ਸਤਿਗੁਰੂ ਰਵਿਦਾਸ ਜੀ ਜਿਸ ਸਮਾਜ ਜਿਹੜੀ ਵੀ ਜਾਤੀ ਉਹਨਾਂ ਨੂੰ ਇਸ ਵੇਲੇ ਆਪਣਾ ਗੁਰੂ ਮੰਨਦੀ ਆ, ਉਸ ਜਾਤ ਨੂੰ ਇਸ ਦੇਸ਼ ਦੇ ਵਿੱਚ ਨੀਚ ਮੰਨਿਆ ਜਾਂਦਾ ਆ। ਔਰ ਅਸੀਂ ਸਮਝ ਸਕਦੇ ਹਾਂ ਕਿ ਉਹ ਨੀਚ ਜਾਤੀ ਦਾ ਜਿਹੜਾ ਗੁਰੂ ਹੋਵੇਗਾ, ਉਸ ਨੂੰ ਵੀ ਮਨੂਵਾਦੀ ਲੋਕ ਨੀਚ ਹੀ ਸਮਝਣਗੇ। ਸੋ ਸਾਡਾ ਜਿਹੜਾ ਮਿਸ਼ਨ ਆ ਕਿ ਸਤਿਗੁਰੂ ਰਵਿਦਾਸ ਜੀ ਨੂੰ ਪੂਰੇ ਸੰਸਾਰ ਦੇ ਵਿੱਚ ਸਤਿਕਾਰ ਮਿਲਣਾ ਚਾਹੀਦਾ, ਹਰ ਇੱਕ ਇਨਸਾਨ ਉਸ ਨੂੰ ਸਤਿਕਾਰ ਮਿਲੇ। ਹੁਣ ਅੱਗੇ ਪੜ੍ਹਦੇ ਹਾਂ। ਇੱਥੇ ਇੱਕ ਹੋਰ ਗੱਲ ਵੀ ਜ਼ਿਕਰਯੋਗ ਹੈ ਕਿ ਇੱਕ ਆਮ ਆਦਮੀ ਰਾਜੇ ਦੇ ਸਨਮੁਖ ਅਜਿਹੀ ਗੱਲ ਨਹੀਂ ਕਰ ਸਕਦਾ। ਹੁਣ ਦੇਖੋ, ਇੱਕ ਛੋਟਾ ਜਿਹਾ ਬੰਦਾ ਰਾਜੇ ਦੇ ਮੂਹਰੇ ਕੋਈ ਜਾ ਕੇ ਏਡੀ ਵੱਡੀ ਗੱਲ ਤਾਂ ਨਹੀਂ ਕਰ ਸਕਦਾ, ਅਤੇ ਨਾ ਹੀ ਕਿਸੇ ਰਾਜੇ ਕੋਲ ਇੰਨਾ ਸਮਾਂ ਹੋਵੇਗਾ ਕਿ ਉਹ ਹਰ ਇੱਕ ਵਿਅਕਤੀ ਦੀ ਗੱਲ ਸੁਣੀ ਜਾਵੇ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਗੁਰੂ ਰਵਿਦਾਸ ਜੀ ਦਾ ਸਮਾਜਿਕ ਅਤੇ ਧਾਰਮਿਕ ਆਧਾਰ ਅਤੇ ਉਹਨਾਂ ਦਾ ਪ੍ਰਚਾਰ ਪ੍ਰਸਾਰ ਇੰਨਾ ਵੱਧ ਗਿਆ ਸੀ ਕਿ ਅਖੌਤੀ ਉੱਚ ਜਾਤੀਆਂ ਵਾਲੇ ਵੱਲੋਂ ਸਦੀਆਂ ਤੋਂ ਸਥਾਪਿਤ ਜਾਤ-ਪਾਤ ਆਧਾਰਿਤ ਢਾਂਚਾ ਹਿੱਲਣ ਲੱਗ ਪਿਆ ਹੋਵੇਗਾ। ਜੇ ਸਤਿਗੁਰੂ ਰਵਿਦਾਸ ਜੀ ਰਾਜੇ ਦੇ ਮੂਹਰੇ ਜਾ ਕੇ ਗੱਲ ਕਹਿੰਦੇ ਆ, ਤੇ ਇੱਥੇ ਸਮਝ ਆਉਣਾ ਚਾਹੀਦਾ ਕਿ ਉਹਨਾਂ ਦੇ ਰਾਜੇ ਦਾ ਜਿਹੜਾ ਸਦੀਆਂ ਤੋਂ ਚੱਲਦਾ ਪਿਆ ਜਾਤੀਆਂ ਦਾ ਸਥਾਪਿਤ ਜਾਤ-ਪਾਤ ਢਾਂਚਾ ਸੀ, ਉਹ ਹਿੱਲਣ ਲੱਗ ਪਿਆ ਹੋਵੇਗਾ। ਅਤੇ ਇਸ ਸਥਿਤੀ ਤੋਂ ਘਬਰਾਏ ਹੋਏ ਲੋਕਾਂ ਦੀ ਮਜਬੂਰੀ ਬਣ ਗਈ ਹੋਵੇਗੀ ਕਿ ਉਹਨਾਂ ਨੂੰ ਮੌਕੇ ਦੇ ਰਾਜੇ ਪਾਸ ਜਾ ਕੇ ਸਤਿਗੁਰੂ ਰਵਿਦਾਸ ਜੀ ਦੀ ਸ਼ਿਕਾਇਤ ਕਰਨੀ ਪਈ ਹੋਵੇਗੀ ਕਿ ਹੇ ਰਾਜਨ, ਰਵਿਦਾਸ ਨਾਮ ਦਾ ਇੱਕ ਨੀਚ ਚਮਾਰ ਜਾਤੀ ਵਿੱਚ ਜਨਮਿਆ ਵਿਅਕਤੀ ਸਾਡੇ ਸਦੀਆਂ ਤੋਂ ਸਥਾਪਿਤ ਢਾਂਚੇ ਨੂੰ ਤਹਿਸ ਨਹਿਸ ਕਰ ਰਿਹਾ ਹੈ। ਦੇਖੋ ਕਿੱਡੀ ਵੱਡੀ ਗੱਲ ਹੋਈ ਹੋਵੇਗੀ ਉਸ ਵੇਲੇ। ਫਿਰ ਸਮਤਾ ਮਲੂਕ ਸਮਾਜ ਦੇ ਨਿਰਮਾਣ ਦਾ ਹੁਕਾ ਦੇ ਰਿਹਾ ਹੈ। ਉਹ ਰਵਿਦਾਸ ਸਮਤਾ ਮਲੂਕ ਸਮਾਜ ਦਾ ਨਿਰਮਾਣ ਦਾ ਹੁਕਾ ਦੇ ਰਿਹਾ ਹੈ। ਉਹ ਉਸ ਰਾਜੇ ਨੂੰ ਜਾ ਕੇ ਦੱਸਦੇ ਆ। ਉਹ ਸਮਾਜਿਕ ਬੰਦਿਸ਼ਾਂ ਅਤੇ ਰੀਤੀ ਰਿਵਾਜਾਂ ਨੂੰ ਮੁੜ ਤੋਂ ਨਕਾਰਦਾ ਹੋਇਆ ਮੰਦਰਾਂ ਵਿੱਚ ਪ੍ਰਵੇਸ਼ ਕਰ ਰਿਹਾ ਹੈ, ਨਾਮ ਸਿਮਰਨ ਕਰ ਰਿਹਾ ਹੈ, ਸ਼ੰਖ ਵੀ ਵਜਾ ਰਿਹਾ ਹੈ, ਪੰਡਤਾਂ ਵਾਲਾ ਭੇਸ ਬਣਾਉਂਦਾ ਹੈ, ਮੱਥੇ ਤੇ ਤਿਲਕ ਲਗਾਉਂਦਾ ਹੈ, ਅਤੇ ਸਭ ਤੋਂ ਵੱਡਾ ਪਾਪ ਗੰਗਾ ਮਈਆ ਵਿੱਚ ਸਭ ਤੋਂ ਪਹਿਲਾਂ ਇਸ਼ਨਾਨ ਕਰਕੇ ਉਸ ਦੇ ਪਾਣੀ ਨੂੰ ਪਿੱਟ ਜਾਂਦਾ ਹੈ। ਇਹ ਸ਼ਿਕਾਇਤਾਂ ਉਦੋਂ ਲੋਕਾਂ ਨੇ ਰਾਜੇ ਨੂੰ ਕੀਤੀਆਂ। ਉਸ ਵੱਲੋਂ ਕੀਤੇ ਜਾ ਰਹੇ ਅਜਿਹੇ ਘੋਰ ਅਪਰਾਧਾਂ ਦੇ ਦੋਸ਼ ਵਿੱਚ ਉਸ ਨੂੰ ਕਚਹਿਰੀ ਵਿੱਚ ਬੁਲਾਇਆ ਜਾਵੇ ਅਤੇ ਹਿੰਦੂ ਵੇਦ ਸ਼ਾਸਤਰਾਂ ਅਤੇ ਸਮ੍ਰਿਤੀਆਂ ਅਨੁਸਾਰ ਬਣਦਾ ਸਖਤ ਤੋਂ ਸਖਤ ਦੰਡ ਦਿੱਤਾ ਜਾਵੇ। ਸਤਿਗੁਰੂ ਜੀ ਨੂੰ ਰਾਜੇ ਦੀ ਕਚਹਿਰੀ ਵਿੱਚ ਸੱਦਿਆ ਗਿਆ। ਜਦੋਂ ਇੰਨੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਤਾਂ ਉਸ ਰਾਜੇ ਨੇ ਉਹਨੂੰ ਆਪਣੀ ਕਚਹਿਰੀ ਵਿੱਚ ਸੱਦਿਆ। ਸਤਿਗੁਰੂ ਜੀ ਨੇ ਸ਼ਾਂਤ ਚਿੱਤ ਹੋ ਕੇ ਬੜੇ ਹੀ ਹੌਸਲੇ ਅਤੇ ਤਰਕ ਭਰਪੂਰ ਦਲੀਲਾਂ ਨਾਲ ਰਾਜੇ ਨੂੰ ਵੀ ਕੀਲ ਦਿੱਤਾ ਹੋਊਗਾ, ਜਿਸ ਦੇ ਫਲਸਰੂਪ ਰਾਜੇ ਨੂੰ ਵੀ ਸਤਿਗੁਰੂ ਅੱਗੇ ਨਤਮਸਤਕ ਹੋ ਕੇ ਝੁਕਣਾ ਪਿਆ। ਜੇਕਰ ਸਤਿਗੁਰੂ ਜੀ ਦੀ ਬਾਣੀ ਅਤੇ ਉਹਨਾਂ ਦੇ ਸਮਕਾਲੀਨ ਇਤਿਹਾਸ ਦਾ ਗੂੜ ਅਧਿਐਨ ਕੀਤਾ ਜਾਵੇ ਤਾਂ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਉਸ ਸਮੇਂ ਦੇ ਖੋਤੀ ਉੱਚ ਵਰਣੀਏ ਜਾਤ ਹੰਕਾਰੀਆਂ ਨੂੰ ਵੀ ਸਤਿਗੁਰੂ ਜੀ ਅੱਗੇ ਗੋਡੇ ਟੇਕ ਕੇ ਨਤਮਸਤਕ ਹੋਣਾ ਪਿਆ ਸੀ, ਕਿਉਂਕਿ ਸਤਿਗੁਰੂ ਦੀ ਬਾਣੀ ਹੀ ਵਿੱਚ ਆਉਂਦਾ ਹੈ ਕੀ ਆਉਂਦਾ ਹੈ, ਮੇਰੀ ਜਾਤ ਕੁਟ ਵਾਂਡਲਾ ਢੋਰ ਢਵੰਤਾ ਨਿਤ ਬਨਾਰਸ ਆਸਾ ਪਾਸਾ, ਅਬ ਵਿਪਰ ਪ੍ਰਧਾਨ ਕਰੇ ਦੰਡਵਤ ਤੇਰੇ ਨਾਮ ਸਰਣਾਈ ਰਹਿਦਾਸਾ। ਮਤਲਬ ਸਤਿਗੁਰੂ ਰਵਿਦਾਸ ਜੀ
ਦੱਬੇ ਕੁਚਲੇ ਸਮਾਜ ਦੇ ਲੋਕਾਂ ਨੂੰ ਇਕੱਠੇ ਕਰਕੇ ਸਮਝਾਉਂਦੇ ਸਨ ਕਿ ਜੇਕਰ ਮਨੁੱਖ ਜੀਵਨ ਵਿੱਚ ਆਤਮ ਸਨਮਾਨ ਨਾਮ ਦੀ ਕੋਈ ਚੀਜ਼ ਨਹੀਂ ਹੈ ਤਾਂ ਅਜਿਹਾ ਮਾਨਸ ਜੀਵਨ ਪਸ਼ੂਆਂ ਦੇ ਸਮਾਨ ਹੈ। ਸਤਿਗੁਰੂ ਦਾਸ ਜੀ ਦੱਬੇ ਕੁਚਲੇ ਸਮਾਜ ਦੇ ਲੋਕਾਂ ਨੂੰ ਇਕੱਠੇ ਕਰਕੇ ਸਮਝਾਉਂਦੇ ਸਨ ਕਿ ਜੇਕਰ ਮਨੁੱਖੀ ਜੀਵਨ ਵਿੱਚ ਆਤਮ ਸਨਮਾਨ ਨਾਮ ਦੀ ਕੋਈ ਚੀਜ਼ ਤੁਹਾਨੂੰ ਨਹੀਂ ਮਿਲਦੀ ਤਾਂ ਤੁਹਾਡਾ ਇਹ ਮਾਨਸ ਜੀਵਨ ਪਸ਼ੂਆਂ ਦੇ ਸਮਾਨ ਸਮਝਿਆ ਜਾਵੇਗਾ। ਜਾਨਵਰਾਂ ਵਾਂਗ ਸਿਰਫ ਭਾਰ ਨੂੰ ਢੋਈ ਜਾਣਾ ਕੋਈ ਜੀਵਨ ਨਹੀਂ ਹੁੰਦਾ। ਇਸੇ ਆਤਮ ਸਨਮਾਨ ਅਤੇ ਮਨੁੱਖੀ ਅਤੇ ਕੁਦਰਤੀ ਅਧਿਕਾਰਾਂ ਦੀ ਬਹਾਲੀ ਲਈ ਗੁਰੂ ਜੀ ਸਵੇਰੇ ਤੜਕੇ ਉੱਠ ਕੇ ਸ਼ੰਖ ਵਜਾਉਂਦੇ, ਗੰਗਾ ਉੱਪਰ ਇਸ਼ਨਾਨ ਕਰਨ ਜਾਂਦੇ, ਮੰਦਰਾਂ ਵਿੱਚ ਟੱਲ ਖੜਕਾਉਂਦੇ, ਦੱਬੇ ਕੁਚਲੇ ਸਮਾਜ ਦੇ ਲੋਕਾਂ ਨੂੰ ਇਕੱਠੇ ਕਰਕੇ ਸਮਝਾਉਂਦੇ ਸਨ ਕਿ ਜੇਕਰ ਮਨੁੱਖੀ ਜੀਵਨ ਵਿੱਚ ਆਤਮ ਸਨਮਾਨ ਨਾਮ ਦੀ ਕੋਈ ਚੀਜ਼ ਨਹੀਂ ਹੈ ਤਾਂ ਅਜਿਹਾ ਮਾਨਸ ਜੀਵਨ ਪਸ਼ੂਆਂ ਦੇ ਸਮਾਨ ਹੈ। ਇੱਥੇ ਇਹ ਗੱਲ ਬਹੁਤ ਧਿਆਨ ਨਾਲ ਸਮਝਣੀ ਚਾਹੀਦੀ ਹੈ ਕਿ ਸਤਿਗੁਰੂ ਦਾਸ ਜੀ ਮਨੁੱਖ ਨੂੰ ਇਹ ਸਮਝਾਉਂਦੇ ਸੀ ਕਿ ਜੇਕਰ ਤੁਹਾਨੂੰ ਆਤਮ ਸਨਮਾਨ ਨਹੀਂ ਮਿਲਦਾ ਤਾਂ ਤੁਹਾਡਾ ਜੀਵਨ ਪਸ਼ੂਆਂ ਦੇ ਸਮਾਨ ਹੈ। ਜਾਨਵਰਾਂ ਵਾਂਗ ਸਿਰਫ ਭਾਰ ਨੂੰ ਢੋਈ ਜਾਣਾ ਕੋਈ ਜੀਵਨ ਨਹੀਂ ਹੁੰਦਾ। ਇਸੇ ਆਤਮ ਸਨਮਾਨ ਅਤੇ ਮਨੁੱਖ ਅਤੇ ਕੁਦਰਤੀ ਅਧਿਕਾਰਾਂ ਦੀ ਬਹਾਲੀ ਲਈ ਸਤਿਗੁਰੂ ਜੀ ਸਵੇਰੇ ਤੜਕੇ ਉੱਠ ਕੇ ਸ਼ੰਖ ਵਜਾਉਂਦੇ, ਗੰਗਾ ਉੱਪਰ ਇਸ਼ਨਾਨ ਕਰਨ ਜਾਂਦੇ, ਮੰਦਰਾਂ ਵਿੱਚ ਟਾਲ ਖੜਕਾਉਂਦੇ, ਧੋਤੀ ਪਹਿਨਦੇ ਅਤੇ ਮੱਥੇ ਉੱਪਰ ਤਿਲਕ ਲਗਾਉਂਦੇ ਸਨ। ਇਹ ਸਭ ਕੁਝ ਸਤਿਗੁਰੂ ਜੀ ਵੱਲੋਂ ਕੀਤੇ ਜਾਣਾ ਸਥਾਪਿਤ ਸਮਾਜਿਕ ਵਿਵਸਥਾ ਉੱਪਰ ਕਰਾਰੀ ਚੋਟ ਸੀ ਅਤੇ ਆਪਣੇ ਆਪ ਵਿੱਚ ਮਨੂਵਾਦੀ ਤਾਕਤਾਂ ਦੇ ਖਿਲਾਫ ਇੱਕ ਵਿਦਰੋਹ ਵੀ ਸੀ। ਸਤਿਗੁਰੂ ਜੀ ਇਹ ਸਭ ਕੁਝ ਇਸ ਲਈ ਨਹੀਂ ਕਰਦੇ ਸਨ ਕਿ ਉਹਨਾਂ ਦਾ ਅਜਿਹਾ ਕਰਨਾ ਜ਼ਰੂਰੀ ਸੀ ਜਾਂ ਉਹਨਾਂ ਦੇ ਅਜਿਹੇ ਕਰਮਕਾਂਡ ਕਰਨ ਤੋਂ ਬਿਨਾਂ ਗੁਜ਼ਾਰਾ ਨਹੀਂ ਸੀ, ਬਲਕਿ ਸਤਿਗੁਰੂ ਜੀ ਵੱਲੋਂ ਬ੍ਰਾਹਮਣਾਂ ਪੁਰੋਹਿਤਾਂ ਦੇ ਏਕਾਧਿਕਾਰ ਵੱਲੋਂ ਅਜਿਹੇ ਕਾਰਜ ਮੂਲ ਨਿਵਾਸੀ ਬਹੁਜਨ ਸਮਾਜ ਦੀ ਮਰ ਚੁੱਕੀ ਅਣਖ ਅਤੇ ਗੈਰਤ ਨੂੰ ਮੁੜ ਸਰਜੀਤ ਕਰਨ ਅਤੇ ਉਹਨਾਂ ਵਿੱਚ ਬਗਾਵਤ ਦੀ ਭਾਵਨਾ ਪੈਦਾ ਕਰਨ ਦਾ ਇੱਕ ਢੰਗ ਤਰੀਕਾ ਸੀ। ਸਤਿਗੁਰੂ ਜੀ ਸਾਡੇ ਸਮਾਜ ਦੀ ਗੈਰਤ ਨੂੰ ਦੁਬਾਰਾ ਸਰਜੀਤ ਕਰਨਾ ਚਾਹੁੰਦੇ ਸਨ, ਇਸ ਲਈ ਉਹ ਇਹ ਸਭ ਕੰਮ ਕਰਦੇ ਸਨ ਅਤੇ ਸਤਿਗੁਰੂ ਜੀ ਇਹ ਸੰਦੇਸ਼ ਦਿੰਦੇ ਸਨ ਕਿ ਮੰਦਰਾਂ ਵਿੱਚ ਜਾਣਾ, ਸਾਧਨਾ ਅਤੇ ਉਪਾਸਨਾ ਕਰਨਾ, ਮਰਜ਼ੀ ਦੇ ਕੱਪੜੇ ਪਹਿਨਣਾ ਅਤੇ ਕੁਦਰਤੀ ਸੋਮਿਆਂ ਵਿੱਚ ਇਸ਼ਨਾਨ ਕਰਨਾ ਇਹ ਮਨੁੱਖ ਦੇ ਮੌਲਿਕ ਅਤੇ ਕੁਦਰਤੀ ਅਧਿਕਾਰ ਹਨ। ਇਹਨਾਂ ਉੱਪਰ ਸ਼ੈਤਾਨ ਅਤੇ ਬੇਈਮਾਨ ਲੋਕਾਂ ਵੱਲੋਂ ਬੰਦਿਸ਼ਾਂ ਲਗਾਈਆਂ ਗਈਆਂ ਹਨ। ਠੀਕ ਇਸੇ ਪ੍ਰਕਾਰ ਯੁੱਗ ਪੁਰਸ਼ ਬੋਧੀਸਤਵ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਮੂਲ ਨਿਵਾਸੀ ਬਹੁਜਨ ਸਮਾਜ ਅੰਦਰ ਆਤਮ ਸਨਮਾਨ ਦੀ ਭਾਵਨਾ ਦਾ ਨਿਰਮਾਣ ਕਰਨ ਲਈ ਚੋਬਦਾਰ ਤਲਾਬ ਵਿੱਚੋਂ ਆਪਣੇ ਹਜ਼ਾਰਾਂ ਸਮਰਥਕਾਂ ਅਤੇ ਯੋਧਿਆਂ ਨੂੰ ਨਾਲ ਲੈ ਕੇ ਪਾਣੀ ਪੀਤਾ ਅਤੇ ਨਾਸਿਕ ਦੇ ਕਾਲਾ ਰਾਮ ਮੰਦਿਰ ਵਿੱਚ ਪ੍ਰਵੇਸ਼ ਕਰਨ ਲਈ ਸੰਘਰਸ਼ ਵੀ ਕੀਤਾ। ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਸਪਸ਼ਟ ਰੂਪ 'ਚ ਕਿਹਾ ਸੀ ਕਿ ਅਸੀਂ ਚੌਦਾਰ ਤਲਾਬ 'ਚੋਂ ਇਸ ਲਈ ਪਾਣੀ ਨਹੀਂ ਪੀ ਰਹੇ ਕਿ ਅਸੀਂ ਇਸ ਵਿੱਚੋਂ ਪਾਣੀ ਪੀਤੇ ਤੋਂ ਬਗੈਰ ਨਹੀਂ ਰਹਿ ਸਕਦੇ, ਜਾਂ ਕਾਲਾ ਰਾਮ ਮੰਦਿਰ ਵਿੱਚ ਪ੍ਰਵੇਸ਼ ਕਰਨ ਨਾਲ ਸਾਨੂੰ ਬਹੁਤ ਜ਼ਿਆਦਾ ਲਾਭ ਪਹੁੰਚਣ ਵਾਲਾ ਹੈ। ਸਗੋਂ ਮੈਂ ਤਾਂ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਇਸ ਦੇਸ਼ ਦੇ ਦੱਬੇ ਕੁਚਲੇ ਲੋਕਾਂ ਅਤੇ ਅਛੂਤ ਲਾਣੇ ਗਏ ਲੋਕ ਵੀ ਇਨਸਾਨ ਹਨ ਅਤੇ ਉਹਨਾਂ ਨੂੰ ਵੀ ਬਾਕੀ ਇਨਸਾਨਾਂ ਵਾਂਗ ਕੁਦਰਤੀ ਅਤੇ ਮਨੁੱਖੀ ਹੱਕ ਬਿਨਾਂ ਕਿਸੇ ਪੱਖਪਾਤ ਅਤੇ ਭੇਦਭਾਵ ਤੋਂ ਮਾਨਣ ਦਾ ਪੂਰਾ ਹੱਕ ਹੈ। ਜੇਕਰ ਸਤਿਗੁਰੂ ਦਾਸ ਜੀ ਦਾ ਉਦੇਸ਼ ਸਿਰਫ ਭਗਤੀ ਕਰਨਾ ਹੀ ਹੁੰਦਾ ਤਾਂ ਘਰ ਬੈਠ ਕੇ ਕਿਸੇ ਜੰਗਲ ਵਿੱਚ ਜਾ ਕੇ ਜਾਂ ਫਿਰ ਕਿਸੇ ਇਕਾਂਤ ਸਥਾਨ ਪਰ ਵੀ ਕਰ ਸਕਦੇ ਸਨ, ਜਿਵੇਂ ਕਿ ਅੱਜ ਕੱਲ੍ਹ ਦੇ ਲੋਕ ਨਾਮਦਾਨ ਲੈ ਕੇ ਕਰਦੇ ਹਨ ਕਿ ਆਪਣੇ ਨਾਮਦਾਨ ਦਾ ਸ਼ਬਦ ਕਿਸੇ ਦੂਸਰੇ ਵਿਅਕਤੀ ਨੂੰ ਨਹੀਂ ਦੱਸਣਾ, ਉੱਚੀ ਬੋਲ ਕੇ ਨਹੀਂ ਪੜ੍ਹਨਾ, ਸਿਰਫ ਤੇ ਸਿਰਫ ਮੂੰਹ ਵਿੱਚ ਹੀ ਬੋਲਣਾ ਹੈ ਅਤੇ ਇਕੱਲੇ ਬੈਠ ਕੇ ਹੀ ਜਪ ਕਰਨਾ ਹੈ। ਪਰ ਸਤਿਗੁਰੂ ਜੀ ਦੀ ਬਾਣੀ ਇਸ ਤਰ੍ਹਾਂ ਦੀ ਨਹੀਂ ਸੀ। ਸਤਿਗੁਰੂ ਦਾਸ ਜੀ ਸਾਡੇ ਸਮਾਜ ਨੂੰ ਉਹਨਾਂ ਦੀ ਖੋਈ ਹੋਈ ਉਹਨਾਂ ਦੀ ਜੋ ਮਾਨਸਿਕਤਾ ਸੀ ਉਸ ਨੂੰ ਦੁਬਾਰਾ ਯਾਦ ਕਰਨਾ ਚਾਹੁੰਦੇ ਸੀ। ਸਤਿਗੁਰੂ ਜੀ ਆਪਣੀ ਬਾਣੀ ਵਿੱਚ ਆਖਦੇ ਆ, ਵਰਨ ਰਹਿਤ ਜੋ ਜਪੇ ਨਾਮ ਸੋ ਜੋਗੀ ਕੇਵਲ ਨਿਹਕਾਮ। ਫਿਰ ਸਮਝੋ, ਵਰਨ ਰਹਿਤ ਜੋ ਜਪੇ ਨਾਮ ਸੋ ਜੋਗੀ ਕੇਵਲ ਨਿਹਕਾਮ। ਇਸ ਵਰਨ ਸ਼ਬਦ ਰਹਿਤ ਭਾਵ ਬਿਨਾਂ ਕੁਝ ਚਾਰੇ ਨਾਮ ਜਪਣ ਨੂੰ ਅਤੇ ਇੱਕ ਚਿੱਤ ਹੋ ਕੇ ਸਮਾਜ ਕਲਿਆਣ ਬਾਰੇ ਸੋਚਣ ਨੂੰ ਹੀ ਸਮਾਧੀ ਕਿਹਾ ਜਾਂਦਾ ਹੈ, ਜਿਸ ਨੂੰ ਬੁੱਧ ਜੀ ਨੇ ਸਮਿਕ ਸਮਾਧੀ ਕਿਹਾ ਹੈ। ਦੂਸਰਾ, ਜੇਕਰ ਸਤਿਗੁਰੂ ਜੀ ਨੇ ਸਿਰਫ ਨਾਮ ਹੀ ਜਪਣਾ ਹੁੰਦਾ ਤਾਂ ਕੋਠੇ ਚੜ੍ਹ ਕੇ ਉੱਚੀ ਉੱਚੀ ਸ਼ੰਖ ਨਾ ਵਜਾਉਂਦੇ, ਚੌਰਾਹਿਆਂ ਵਿੱਚ ਖੜ ਕੇ ਲੋਕਾਂ ਨੂੰ ਇਹ ਨਾ ਕਹਿੰਦੇ ਕਿ ਪਰਾਧੀਨਤਾ ਪਾਪ ਹੈ ਜਾਨ ਲੈ ਰੇ ਮੀਤ, ਰਵਿਦਾਸ ਦਾਸ ਪਰ ਅਧੀਨ ਸੇ ਕੌਣ ਕਰੇ ਹੈ ਪ੍ਰੀਤ। ਦੇਖੋ ਕਿਹੜੀ ਗੱਲ ਕਹੀ, ਪਰਾਧੀਨਤਾ ਪਾਪ ਹੈ ਜਾਨ ਲੈ ਰੇ ਮੀਤ, रविदास दास पर अधीन से कौन करे है प्रीत। जहाँ पराधीन का दीन क्या, पराधीन बेदीन, रविदास दास पर अधीन को सभी समझे हीन।
रविदास दास पर दीन को सभी समझे हीन। भाव की गुलामी पाप है, गुलामी पाप है। गुलाम ਦਾ ਕੋਈ ਵੀ ਧਰਮ ਨਹੀਂ ਹੁੰਦਾ। ਉਸ ਨੂੰ ਕੋਈ ਚੰਗਾ ਨਹੀਂ ਸਮਝਦਾ, ਉਸ ਨਾਲ ਕੋਈ ਵੀ ਪਿਆਰ ਨਹੀਂ ਕਰਦਾ। ਉਸ ਨੂੰ ਸਭ ਘ੍ਰਿਣਾ ਦੀਆਂ ਨਜ਼ਰਾਂ ਨਾਲ ਵੇਖਦੇ ਹਨ ਅਤੇ ਉਸ ਦਾ ਸਮਾਜ ਵਿੱਚ ਕੋਈ ਵੀ ਮਾਣ ਸਨਮਾਨ ਅਤੇ ਸਤਿਕਾਰ ਨਹੀਂ ਹੁੰਦਾ। ਇਸ ਲਈ ਸਤਿਗੁਰਾਂ ਨੇ ਗੁਲਾਮੀ ਦਾ ਸੰਤਾਪ ਭੋਗ ਰਹੇ ਦੱਬੇ ਕੁਚਲੇ ਲੋਕਾਂ ਨੂੰ ਗੁਲਾਮੀ ਦੇ ਜੀਰਾ ਤੋੜਨ ਲਈ ਝੋੜਿਆ ਅਤੇ ਉਹਨਾਂ ਨੂੰ ਇਸ ਗੁਲਾਮੀ ਦੀ ਦਲਦਲ ਵਿੱਚੋਂ ਨਿਕਲਣ ਲਈ ਠੋਸ ਉਪਰਾਲੇ ਕਰਨ ਦਾ ਸੁਝਾਅ ਦਿੱਤਾ। ਸਤਿਗੁਰੂ ਰਵਿਦਾਸ ਜੀ ਨੇ ਸਿਰਫ ਸਰੀਰਕ ਗੁਲਾਮੀ ਤੋਂ ਮੁਕਤ ਹੋਣ ਲਈ ਹੀ ਨਹੀਂ, ਸਗੋਂ ਮਾਨਸਿਕ ਗੁਲਾਮੀ ਤੋਂ ਮੁਕਤ ਹੋਣ ਦਾ ਵੀ ਹੋਕਾ ਦਿੱਤਾ ਅਤੇ ਫਰਮਾਇਆ ਕਿ ਭਗਤੀ ਜੁਗਤੀ ਮਤ ਸਤ ਕਰ ਬ੍ਰਹਮ ਬੰਧਨ ਕਾਟ ਵਿਕਾਰ ਸੋਈ ਵਸੇ ਰਸੇ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰ। ਫਿਰ ਦੇਖੋ, ਭਗਤੀ ਜੁਗਤੀ ਮਤ ਸਤ ਕਰ ਬ੍ਰਹਮ ਬੰਧਨ ਕਾਟ ਵਿਕਾਰ ਸੋਈ ਵਸੇ ਰਸੇ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰ। ਭਾਵ ਕਿ ਮਾਨਸਿਕ ਗੁਲਾਮੀ ਵਿੱਚ ਫਸਿਆ ਸਾਡਾ ਮਨ ਆਪਣੀ ਭਲਾਈ ਬਾਰੇ ਕਦੇ ਸੋਚ ਹੀ ਨਹੀਂ ਸਕਦਾ। ਭਗਤੀ ਜੁਗਤੀ ਮਤ ਸਤ ਕਰੇ ਬ੍ਰਹਮ ਬੰਧਨ ਕਾਟ ਵਿਕਾਰ। ਪੂਜਾ ਪਾਠ ਜਪ ਤਪ ਬਾਰੇ ਤਾਂ ਸਤਿਗੁਰੂ ਜੀ ਨੇ ਖੁਦ ਵੀ ਆਪਣੀ ਬਾਣੀ ਵਿੱਚ ਸਪਸ਼ਟ ਕੀਤਾ ਹੈ ਕਿ ਅਜਿਹੇ ਕਰਮ ਕਾਂਡਾਂ ਨਾਲ ਬੇੜਾ ਪਾਰ ਹੋਣ ਵਾਲਾ ਨਹੀਂ। ਫਿਰ ਮੰਨ ਲਓ, ਪੂਜਾ ਪਾਠ ਜਪ ਤਪ ਬਾਰੇ ਤਾਂ ਸਤਿਗੁਰੂ ਜੀ ਨੇ ਖੁਦ ਵੀ ਆਪਣੀ ਬਾਣੀ ਵਿੱਚ ਸਪਸ਼ਟ ਕੀਤਾ ਹੈ ਕਿ ਅਜਿਹੇ ਕਰਮ ਕਾਂਡ ਕਰਨ ਨਾਲ ਤੇਰਾ ਬੇੜਾ ਪਾਰ ਹੋਣ ਵਾਲਾ ਨਹੀਂ। ਸਤਿਗੁਰੂ ਜੀ ਫਰਮਾਉਂਦੇ ਹਨ, ਸਤਜੁਗ ਸਤ ਤ੍ਰੇਤਾ ਯੁਗ ਦੁਆਪਰ ਪੂਜਾ ਚਾਰ तीनों जुग तीनों दृढ़ कल में केवल नाम आधार। पार कैसे पाओ वे मैं को कोई ना कहे समझाए जाते आव गवन बिलाए। सतगुरु जी की कहते हैं, सतयुग सत त्रेता युग द्वापर पूजा चार तीनों युग तीनों दृढ़े कल में केवल नाम आधार। पार कैसे पाओ वे मैं को कोई ना कोई समझाए, मैं को ਕੋਈ ਨਾ ਕਹੇ ਸਮਝਾਏ ਜਾਤੇ ਆਪ ਗਵਨ ਬਿਲਾਏ। ਹੁਣ ਇਹਨਾਂ ਦਾ ਮਤਲਬ ਕੀ ਆ? ਸਤਿਗੁਰੂ ਜੀ ਫਰਮਾਉਂਦੇ ਆ ਕਿ ਜਪ ਤਪ ਅਤੇ ਪੂਜਾ ਭਗਤੀ ਸਭ ਕੁਝ ਹੈ, ਪਰ ਇਸ ਭਵ ਸਾਗਰ ਤੋਂ ਪਾਰ ਕਿਵੇਂ ਜਾਣਾ ਹੈ, ਇਸ ਦਾ ਗਿਆਨ ਕੋਈ ਵੀ ਨਹੀਂ ਦਿੰਦਾ। ਭਾਵ ਇਸ ਆਵਾਗਮਨ ਦੇ ਵਰਤਾਰੇ ਤੋਂ ਜਪ ਤਪ ਅਤੇ ਪੂਜਾ ਪਾਠ ਛੁਟਕਾਰਾ ਨਹੀਂ ਦਵਾ ਸਕਦਾ। ਜਦੋਂ ਖੁਦ ਸਤਿਗੁਰੂ ਜੀ ਨੇ ਆਪਣੀ ਬਾਣੀ ਵਿੱਚ ਖੁਦ ਇਹ ਗੱਲ ਸਪਸ਼ਟ ਕਰ ਦਿੱਤੀ, ਫਿਰ ਕਿਉਂ ਅਸੀਂ ਉਹਨਾਂ ਉੱਪਰ ਭਗਤੀ ਦੀ ਤਖਤੀ ਥੋਪੀ ਜਾ ਰਹੇ ਹਾਂ? ਇਹ ਸਾਡੀ ਅਗਿਆਨਤਾ ਦਾ ਸਿੱਟਾ ਹੈ ਅਤੇ ਸਾਡਾ ਵਿਵੇਕ ਜ਼ੀਰੋ ਹੋ ਚੁੱਕਾ ਹੈ। ਸਾਡਾ ਵਿਵੇਕ ਖਤਮ ਹੋਣ ਦੀ ਨਿਸ਼ਾਨੀ ਹੈ, ਜਿਹਦਾ ਜ਼ਿਕਰ ਸਤਿਗੁਰੂ ਜੀ ਨੇ ਇਸ ਤਰ੍ਹਾਂ ਕੀਤਾ ਹੈ, ਮਾਧੋ ਅਵਿਦਿਆ ਅਹਿਤ ਕੀਨ ਤਾਤੇ ਵਿਵੇਕ ਦੀਪ ਮਲੀਨ। ਕਿ ਸਤਿਗੁਰੂ ਜੀ ਕਹਿੰਦੇ ਆ, ਮਾਧੋ ਅਵਿਦਿਆ ਅਹਿਤ ਕੀਨ ਤਾਤੇ ਵਿਵੇਕ ਦੀਪ ਮਲੀਨ। ਸਤਿਗੁਰੂ ਜੀ ਦਾ ਫਰਮਾਨ ਹੈ ਕਿ ਸਮਾਜ ਵਿੱਚੋਂ ਦੁੱਖ ਦੂਰ ਕਰਨ ਦਾ ਸੰਕਲਪ ਉਹੀ ਲੈ ਸਕਦੇ ਹਨ ਜਿਨ੍ਹਾਂ ਅੰਦਰ ਸਮਾਜ ਪ੍ਰਤੀ ਕੋਈ ਦਰਦ ਹੈ, ਜਿਸ ਨੂੰ ਸਮਾਜ ਦੇ ਕਲਿਆਣ ਦੀ ਚਿੰਤਾ ਹੈ। ਜਿਸ ਦੇ ਦਿਲ ਵਿੱਚ ਸਮਾਜ ਦੇ ਦੁੱਖਾਂ ਪ੍ਰਤੀ ਕੋਈ ਦਰਦ ਨਹੀਂ, ਉਹ ਸਮਾਜ ਦੇ ਕਲਿਆਣ ਲਈ ਕਾਰਜਸ਼ੀਲ ਨਹੀਂ ਹੋ ਸਕਦਾ। ਸਤਿਗੁਰੂ ਜੀ ਆਪਣੀ ਬਾਣੀ ਵਿੱਚ ਫਿਰ ਫਰਮਾਉਂਦੇ ਆ, ਸੋ ਕਤ ਜਾਣੇ ਪੀੜ ਪਰਾਈ ਜਾ ਕੇ ਹਿਰਦੇ ਦਰਦ ਨਾ ਕਾਈ। ਸੋ ਕਤ ਜਾਣੇ ਪੀੜ ਪਰਾਈ ਜਾ ਕੇ ਹਿਰਦੇ ਦਰਦ ਨਾ ਕਾਈ। ਸਤਿਗੁਰੂ ਜੀ ਦੇ ਸੀਨੇ ਵਿੱਚ ਸਮਾਜ ਦੇ ਦੁੱਖ ਤਕਲੀਫਾਂ ਦਾ ਦਰਦ ਸੀ, ਇਸੇ ਲਈ ਉਹ ਵੱਖ-ਵੱਖ ਸਥਾਨਾਂ ਦਾ ਦੌਰਾ ਕਰਕੇ ਪੀੜਤ ਅਤੇ ਗੁਲਾਮੀ ਦਾ ਸੰਤਾਪ ਭੋਗ ਰਹੇ ਲੋਕਾਂ ਨੂੰ ਸਮਝਾਉਂਦੇ ਸਨ ਕਿ ਸਾਡੇ ਦੁੱਖ ਜ਼ਿਆਦਾ ਹਨ, ਪਰ ਅਸੀਂ ਉਹਨਾਂ ਦਾ ਹੱਲ ਕਰਨ ਲਈ ਕੋਈ ਵੀ ਉਪਰਾਲਾ ਨਹੀਂ ਕਰ ਰਹੇ। ਭਾਵੇਂ ਕਿ ਅਸੀਂ ਗਿਣਤੀ ਵਿੱਚ ਬਹੁਤ ਜ਼ਿਆਦਾ ਹਾਂ, ਪਰ ਸਾਨੂੰ ਜਾਤ ਪਾਤ ਦੀਆਂ ਵੰਡੀਆਂ ਪਾ ਕੇ ਚਲਾਕ ਲੋਕਾਂ ਵੱਲੋਂ ਛੋਟੇ-ਛੋਟੇ ਟੁਕੜਿਆਂ ਵਿੱਚ ਵੰਡਿਆ ਹੋਇਆ ਹੈ। ਅਤੇ ਇਹ ਜਾਤ ਪਾਤ ਪ੍ਰਣਾਲੀ ਹੀ ਹੈ ਜੋ ਇਸ ਦੇਸ਼ ਦੇ ਦੁਖੀ ਅਤੇ ਲਤਾੜੇ ਹੋਏ ਲੋਕਾਂ ਨੂੰ ਜੋੜਨ ਨਹੀਂ ਦੇ ਰਹੀ। ਫਿਰ ਇਸ ਗੱਲ ਨੂੰ ਸਮਝੋ, ਸਤਿਗੁਰੂ ਰਵਿਦਾਸ ਜੀ ਕਹਿੰਦੇ ਕਿ ਇਹ ਜਾਤ ਪਾਤ ਪ੍ਰਣਾਲੀ ਹੀ ਹੈ ਜੋ ਇਸ ਦੇਸ਼ ਦੇ ਦੁਖੀ ਅਤੇ ਲਤਾੜੇ ਹੋਏ ਲੋਕਾਂ ਨੂੰ ਆਪਸ ਵਿੱਚ ਜੋੜਨ ਨਹੀਂ ਦੇ ਰਹੀ। ਇਸ ਜਾਤੀ ਵਿਵਸਥਾ ਨੂੰ ਅਸੀਂ ਖਤਮ ਕਰਨਾ ਹੈ। ਇਸ ਜਾਤੀ ਵਿਵਸਥਾ ਨੂੰ ਅਸੀਂ ਖਤਮ ਕਰਨਾ ਹੈ। ਮੈਨੂੰ ਇਸ ਗੱਲ ਦੀ ਸੋਝੀ ਆ ਗਈ ਹੈ ਕਿ ਅਸੀਂ ਵੱਖ-ਵੱਖ ਜਾਤੀਆਂ ਵਿੱਚ ਵੰਡੇ ਗਏ ਲੋਕ ਕਿਵੇਂ ਇਕੱਠੇ ਹੋ ਸਕਦੇ ਹਾਂ, ਪਰ ਕਿਉਂਕਿ ਇਸ ਜਾਤ ਪਾਤ ਵਾਲੇ ਗੁੰਝਲਦਾਰ ਢਾਂਚੇ ਨੂੰ ਬਦਲਣ ਵਿੱਚ ਥੋੜੀ ਦੇਰ ਲੱਗ ਸਕਦੀ ਹੈ, ਇਸ ਲਈ ਇਹ ਕੰਮ ਸਹਿਜੇ ਹੋ ਸਕਣ ਯੋਗ ਹੈ। ਸੋ ਸਤਿਗੁਰੂ ਜੀ ਫਿਰ ਫਰਮਾਉਂਦੇ ਆ, ਕਹੇ ਰਵਿਦਾਸ ਹਾਥ ਪੇ ਨੇਰੇ ਸਹਿਜ ਹੋਈ ਸੋ ਹੋਈ। ਕਹਿ ਰਵਿਦਾਸ ਹਾਥ ਪੇ ਨੇਰੇ ਸਹਿਜ ਹੋਈ ਸੋ ਹੋਈ।
ਸਤਿਗੁਰੂ ਜੀ ਜਾਤ ਪਾਤ ਉੱਪਰ ਕੁਝ ਇਸ ਪ੍ਰਕਾਰ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਮਨੁੱਖਤਾ ਨੂੰ ਸਿੱਖਿਆ ਦਿੰਦੇ ਹਨ। जात जात में जात है यूं केलन में पात, रविदास मनुष्य ना जुड़ सके जब तक जात ना जात। जात जात में जात है ज्यों केलन में पात, रविदास मनुष्य ना जुड़ सके जब तक जात न जात। अते रविदास जन्म के कारण होते ना कोई नीच, मनुष्य को नीच का डर है ऊंचे कर्म की कीच। मनुष्य को नीच का डर है ऊंचे कर्म की कीच। ਜਦੋਂ ਗੁਰਦਾਸ ਸਮਾਜ ਦੇ ਲੋਕਾਂ ਨੂੰ ਅਜਿਹੀਆਂ ਦਲੀਲਾਂ ਅਤੇ ਤਰਕ ਭਰਪੂਰ ਗੱਲਾਂ ਨਾਲ ਪ੍ਰਭਾਵਿਤ ਕਰਦੇ ਸਨ ਕਿ ਸਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ, ਅਸੀਂ ਤਾਂ ਐਵੇਂ ਹੀ ਰੱਸੀ ਨੂੰ ਸੱਪ ਸਮਝ ਕੇ ਡਰੀ ਜਾਂਦੇ ਹਾਂ, ਸਾਡੀ ਗਿਣਤੀ ਵੀ ਜ਼ਿਆਦਾ ਹੈ, ਅਸੀਂ ਗਿਆਨੀ ਗੁਣੀ ਵੀ ਜ਼ਿਆਦਾ ਹਾਂ, ਪਰ ਸਿਰਫ ਇੱਕ ਇਤਿਹਾਸ ਦੀ ਹਕੀਕਤ ਦੇ ਗਿਆਨ ਦੀ ਕਮੀ ਹੋਣ ਕਾਰਨ ਸਾਡੀ ਮੱਤ ਹੀ ਮਾਰੀ ਗਈ ਹੈ। ਸਾਨੂੰ ਇਤਿਹਾਸ ਦੀ ਹਕੀਕਤ ਦਾ ਗਿਆਨ ਨਹੀਂ ਹੈ, ਇਸ ਲਈ ਸਾਡੀ ਮੱਤ ਵੱਜੀ ਹੋਈ ਹੈ, ਕਿਉਂਕਿ ਸਾਡਾ ਇਤਿਹਾਸ ਸਾਡੇ ਵਿਦਵਾਨਾਂ ਦੇ ਨਾਲ ਹੀ ਜਲਾ ਦਿੱਤਾ ਗਿਆ ਸੀ। ਸਾਡਾ ਇਤਿਹਾਸ ਸਾਡੇ ਮਹਾਂਪੁਰਸ਼ਾਂ ਦੇ ਨਾਲ ਹੀ ਜਲਾ ਦਿੱਤਾ ਗਿਆ ਸੀ। ਸਤਿਗੁਰੂ ਰਵਿਦਾਸ ਜੀ ਦੀ ਬਾਣੀ ਨਾਲ ਵੀ ਇਹੋ ਵਰਤਾਰਾ ਹੋਇਆ ਹੈ। ਸਾਡੇ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਨਾਲ ਵੀ ਇਹੋ ਵਰਤਾਰਾ ਹੋਇਆ ਹੈ। ਸਤਿਗੁਰੂ ਜੀ ਆਖਦੇ ਹਨ ਕਿ ਸਾਨੂੰ ਆਪਣੀ ਗੁਲਾਮੀ ਤੋੜਨ ਦਾ ਕੋਈ ਰਸਤਾ ਦਿਖਾਈ ਨਹੀਂ ਦਿੰਦਾ ਤਾਂ ਅਸੀਂ ਥੱਕ ਹਾਰ ਕੇ ਬੈਠ ਜਾਂਦੇ ਹਾਂ, ਪਰ ਜ਼ਰੂਰਤ ਹੈ ਕਿ ਇਕਮੁੱਠ ਹੋ ਕੇ ਸਥਾਪਿਤ ਵਿਵਸਥਾ ਨੂੰ ਢਹਿ ਢੇਰੀ ਕਰਨ ਦੀ, ਜਿਸ ਉੱਪਰ ਸਾਰੀਆਂ ਸਮੱਸਿਆਵਾਂ ਖੁਦ ਹੀ ਰਾਸ ਆ ਜਾਣਗੀਆਂ। ਸਾਨੂੰ ਇਕੱਠੇ ਹੋਣਾ ਪਵੇਗਾ। रज पुझंग प्रसंग जैसे हो अब कुछ मरम जनाया, अनक कटिक जैसे भूल परे है अब कहते कहना आया। रज भुजंग प्रसंग जैसे हो अब कुछ मरम जनाया, अनक कटिक जैसे भूल परे होए अब कहते कहना आया। सतगुरु जी आखदे हन कि जद मैं लोकां नूं अजिहियां गल्लां दसदा हां कि असीं भी इस देश दे राजिਆਂ ਦੀ संतान हां, ਸਾਡੇ ਪੁਰਖੇ ਵੱਡੇ ਵੱਡੇ ਵਿਦਵਾਨ ਹੋਏ ਹਨ, ਜੋਗੀ ਹੋਏ ਹਨ, ਸੰਨਿਆਸੀ ਹੋਏ ਹਨ, ਅਸੀਂ ਸੂਰਵੀਰਾਂ ਦੇ ਵੰਸ਼ਾਂ ਵਿੱਚੋਂ ਹਾਂ। ਸਾਡੇ ਰਾਜ ਘਰਾਣਿਆਂ ਦੇ ਪੁਰਖਿਆਂ ਨੂੰ ਧੋਖੇ ਨਾਲ ਮਾਰ ਕੇ ਸਾਡਾ ਰਾਜ ਖਤਮ ਕਰਕੇ ਸਾਨੂੰ ਸਦੀਆਂ ਤੋਂ ਗੁਲਾਮ ਬਣਾਇਆ ਗਿਆ ਅਤੇ ਸਾਡੀ ਹਾਲਤ ਇਹ ਹੋ ਗਈ ਕਿ ਦਾਰੀ ਦੇ ਸਭ ਹੀ ਹਸੇ ਅਸੀਂ ਦਸ਼ਾ ਹਮਾਰੀ, ਦਾਰੀ ਦੇ ਸਭ ਹੀ ਹਸੇ ਐਸੀ ਦਸ਼ਾ ਹਮਾਰੀ। ਤਾਂ ਲੋਕ ਹੈਰਾਨ ਵੀ ਹੁੰਦੇ ਸਨ ਅਤੇ ਇਹ ਵੀ ਕਹਿੰਦੇ ਹਨ ਕਿ ਜਿਹੜੀਆਂ ਗੱਲਾਂ ਦਾ ਖੁਲਾਸਾ ਅੱਜ ਤੁਸੀਂ ਕਰ ਰਹੇ ਹੋ, ਇਹ ਗੱਲਾਂ ਸਾਨੂੰ ਪਹਿਲਾਂ ਕਿਸੇ ਨੇ ਵੀ ਦੱਸੀਆਂ ਨਹੀਂ। ਸਤਿਗੁਰੂ ਰਵਿਦਾਸ ਨੂੰ ਲੋਕ ਕਹਿੰਦੇ ਕਿ ਜਿਹੜੀਆਂ ਗੱਲਾਂ ਤੁਸੀਂ ਸਾਨੂੰ ਸਮਝਾ ਰਹੇ ਹੋ, ਇਹ ਤਾਂ ਸਾਨੂੰ ਕਿਸੇ ਨੇ ਸਮਝਾਈਆਂ ਹੀ ਨਹੀਂ। ਫਿਰ ਸਤਿਗੁਰੂ ਰਵਿਦਾਸ ਜੀ ਕਹਿੰਦੇ ਆ, ਅਨਕ ਕਟਕ ਜੈਸੇ ਭੂਲ ਪਰੇ ਅਬ ਕਹਿਤੇ ਕਹਿ ਨਾ ਆਇਆ। ਅਜੋਕੇ ਯੁੱਗ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਵੱਲੋਂ ਕੀਤੇ ਸੰਘਰਸ਼ਾਂ ਸਦਕਾ ਜਿਵੇਂ ਜਿਵੇਂ ਸਮਾਜ ਅੰਦਰ ਗਿਆਨ ਦਾ ਵਾਧਾ ਹੋ ਰਿਹਾ ਹੈ, ਉਸ ਨੂੰ ਅਤੀਤ ਵਿੱਚ ਆਪਣੇ ਉਜਲੇ ਚਮਨ ਦਾ ਗਿਆਨ ਹੋ ਰਿਹਾ ਹੈ, ਤਾਂ ਉਹ ਮੁੜ ਤੋਂ ਉਹੀ ਬੇਗਮਪੁਰਾ ਵਸਾਉਣ ਲਈ ਸੰਘਰਸ਼ੀਲ ਹੋ ਰਿਹਾ ਹੈ। ਜਿੱਦਾਂ ਜਿੱਦਾਂ ਸਾਨੂੰ ਗਿਆਨ ਹੋਈ ਜਾਂਦਾ ਹੈ, ਅਸੀਂ ਉਹੀ ਬੇਗਮਪੁਰਾ ਵਸਾਉਣ ਲਈ ਸੰਘਰਸ਼ ਕਰ ਰਹੇ ਹਾਂ। ਪਰ ਫਿਰ ਵੀ ਜਿਨ੍ਹਾਂ ਲੋਕਾਂ ਦਾ ਰਾਜ ਭਾਗ ਖੁੱਸਣ ਜਾ ਰਿਹਾ ਹੈ, ਉਹ ਇੰਨੀ ਜਲਦੀ ਹਾਰ ਨਹੀਂ ਮੰਨਣਗੇ। ਮਨੁਵਾਦੀ ਲੋਕ ਹਾਰ ਨਹੀਂ ਮੰਨਣਗੇ। ਉਹ ਲੋਕ ਤਰ੍ਹਾਂ ਤਰ੍ਹਾਂ ਦੇ ਲਾਲਚ, ਸਹੂਲਤਾਂ ਅਤੇ ਸਾਜ਼ਿਸ਼ਾਂ ਆਦਿ ਦੇ ਕੇ ਸਮਾਜ ਨੂੰ ਬਰਗਲਾਉਣ ਵਿੱਚ ਲੱਗੇ ਹੋਏ ਹਨ। ਮਨੁਵਾਦੀ ਲੋਕ ਸਾਨੂੰ ਲਾਲਚ ਦਿੰਦੇ ਆ, ਤਰ੍ਹਾਂ ਤਰ੍ਹਾਂ ਸਹੂਲਤਾਂ ਦਿੰਦੇ ਆ ਕਿ ਉਹ ਇਸ ਦੇਸ਼ ਦੀ ਸੱਤਾ ਦੇ ਕਾਬਜ ਬਣੇ ਰਹਿਣ। ਪਰ ਸਤਿਗੁਰੂ ਰਵਿਦਾਸ ਜੀ ਦੇ ਵਾਰਸਾਂ ਨੂੰ ਉਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਗੁਰੂ ਰਵਿਦਾਸ ਜੀ ਦੀ ਦਿਲੀ ਇੱਛਾ ਸੀ ਕਿ ਦੇਸ਼ ਦਾ ਰਾਜਾ ਭਾਗ ਦੀ ਵਾਗਡੋਰ ਭਾਰਤ ਦੇ ਦੱਬੇ ਕੁਚਲੇ ਸਮਾਜ ਦੇ ਲੋਕਾਂ ਦੇ ਹੱਥਾਂ ਵਿੱਚ ਹੋਵੇ। ਗੁਰੂ ਰਵਿਦਾਸ ਜੀ ਦੀ ਦਿਲੀ ਇੱਛਾ ਸੀ ਕਿ ਦੇਸ਼ ਦੇ ਰਾਜ ਭਾਗ ਦੀ ਵਾਗਡੋਰ ਭਾਰਤ ਦੇ ਦੱਬੇ ਕੁਚਲੇ ਸਮਾਜ ਦੇ ਲੋਕਾਂ ਦੇ ਹੱਥਾਂ ਵਿੱਚ ਹੋਵੇ। ਸਤਿਗੁਰੂ ਜੀ ਨੇ ਫਰਮਾਇਆ ਵੀ ਹੈ ਕਿ रविदास मनुष्य को बसन को सुख कर दोई ठाम, एक सुख सवे राज में दूसरा मरगट घाम। रविदास मनुष्य को के बसन को सुख कर दोई ठाम, एक सुख सवे राज में दूसरा मरगट घाम। सतगुरु रविदास जी बनाते हैं कि मनुख दो स्थानों पर सुखी रह सकते हैं। मनुख दो स्थानों पर सुखी रह सकते हैं, एक अपने राज भाग विच ਅਤੇ दूसरा मृतक घर विच। ਪਰ ਅਫਸੋਸ ਨਾਲ ਜਦੋਂ ਇਹ ਗੱਲ ਸਤਿਗੁਰੂ ਰਵਿਦਾਸ ਮੰਦਰਾਂ ਤੇ ਭਵਨਾਂ ਵਿੱਚ ਕੀਤੀ ਜਾਂਦੀ ਹੈ ਤਾਂ ਸਾਡੇ ਸਮਾਜ ਦੇ ਕੁਝ ਨਾ ਸਮਝ ਲੋਕ ਇਹ ਕਹਿ ਕੇ ਰੌਲਾ ਪਾ ਕੇ ਬਹਿ ਜਾਂਦੇ ਹਨ ਕਿ ਇਹ ਗੁਰੂ ਘਰ ਹੈ ਭਾਈ, ਇੱਥੇ ਰਾਜ ਭਾਗ ਦੀ ਗੱਲ ਨਾ ਕੀਤੀ ਜਾਵੇ ਜਾਂ ਗੁਰੂ ਘਰਾਂ ਨੂੰ ਰਾਜਨੀਤੀ ਦਾ ਅਖਾੜਾ ਨਾ ਬਣਾਇਆ ਜਾਵੇ। ਸਾਡੇ ਲੋਕ ਕਹਿੰਦੇ ਇੱਥੇ ਤਾਂ ਸਿਰਫ ਗੁਰੂ ਜੀ ਦਾ ਨਾਮ ਸਿਮਰਨ ਅਤੇ ਮਹਿਮਾ ਹੀ ਗਾਈ ਜਾਵੇ। ਜੇਕਰ ਸਤਿਗੁਰੂ ਜੀ ਦੇ ਜੀਵਨ ਸੰਘਰਸ਼ਾਂ ਅਤੇ ਉਪਦੇਸ਼ਾਂ ਦੀ ਡੰਗਾਈ 'ਚ ਅਤੇ ਦੂਰ ਅਦੇਸ਼ੀ ਨਾਲ ਅਧਿਐਨ ਕੀਤਾ ਜਾਵੇ ਤਾਂ ਸਤਿਗੁਰੂ ਦਾ ਸਾਰਾ ਜੀਵਨ ਸੰਘਰਸ਼ ਹੀ ਦੱਬੇ ਕੁਚਲੇ ਸਮਾਜ ਨੂੰ ਰਾਜ ਭਾਗ ਦੇ ਮਾਲਕ ਬਣਾਉਣਾ ਸੀ।
ਸਤਿਗੁਰੂ ਜੀ ਦਾ ਸਾਰਾ ਜੀਵਨ ਸੰਘਰਸ਼ੀ ਦੱਬੇ ਕੁਚਲੇ ਸਮਾਜ ਨੂੰ ਰਾਜ ਭਾਗ ਦੇ ਮਾਲਕ ਬਣਾਉਣਾ ਸੀ। ਪਰ ਅੱਜ ਮੂਲਵਾਸੀ ਬਹੁਜਨ ਸਮਾਜ ਦੇ ਲੋਕ ਸਤਿਗੁਰੂ ਜੀ ਦੇ ਬਚਨਾਂ ਤੋਂ ਬਮੁਖ ਹੋ ਕੇ ਰਾਜ ਭਾਗ ਆਪਣੇ ਹੱਥਾਂ ਵਿੱਚ ਨਾ ਲੈ ਕੇ ਉਹੀ ਲੋਕਾਂ ਨੂੰ ਸੌਂਪੀ ਜਾ ਰਹੇ ਹਨ ਜਿਨ੍ਹਾਂ ਲੋਕਾਂ ਨਾਲ ਸਾਰੀ ਜ਼ਿੰਦਗੀ ਸਤਿਗੁਰੂ ਜੀ ਨੇ ਲੋਹਾ ਲਿਆ ਅਤੇ ਸੰਘਰਸ਼ ਵੀ ਕੀਤਾ। ਆਪਣੇ ਵਿਰੋਧੀਆਂ ਨੂੰ ਖੁਦ ਰਾਜ ਭਾਗ ਦੇ ਮਾਲਕ ਬਣਾਉਣ ਉਪਰੰਤ ਬਹੁਜਨ ਸਮਾਜ ਦੇ ਲੋਕ ਫਿਰ ਉਹਨਾਂ ਕੋਲੋਂ ਹੀ ਢੇਰਾਂ, ਨਾਲੀਆਂ, ਪਖਾਨਿਆਂ, ਭਲਾਈ ਸਕੀਮਾਂ ਆਦਿ ਲਈ ਲੇਲੜੀਆਂ ਕੱਢਦੇ, ਹੱਥ ਜੋੜਦੇ ਅਤੇ ਫਰਿਆਦਾਂ ਕਰਦੇ ਆਮ ਨਜ਼ਰ ਆਉਂਦੇ ਹਨ। ਪਰ ਉਹਨਾਂ ਦੀ ਸ਼ਾਸਕ ਵਰਗ ਵੱਲੋਂ ਕੋਈ ਸੁਣਵਾਈ ਹਜੇ ਤੱਕ ਨਹੀਂ ਹੁੰਦੀ। ਹੋਰ ਤਾਂ ਹੋਰ ਸਮਾਜਿਕ ਹਿੱਤਾਂ ਦੀ ਗੱਲ ਤਾਂ ਦੂਰ, ਉਹ ਆਪਣੇ ਬੱਚਿਆਂ ਦੇ ਭਵਿੱਖ ਨੂੰ ਵੀ ਭੁੱਲ ਕੇ ਸਮਾਜ ਵਿੱਚ ਹੋ ਰਹੀ ਕਿਸੇ ਧੱਕੇਸ਼ਾਹੀ, ਜ਼ੋਰ ਜ਼ਬਰਦਸਤੀ ਅਤੇ ਵਿਤਕਰੇ ਖਿਲਾਫ ਕਦੇ ਵੀ ਸਿਰਫ ਇਹ ਸੋਚ ਕੇ ਆਵਾਜ਼ ਨਹੀਂ ਉਠਾਉਂਦੇ ਕਿ ਕਿਤੇ ਇਸ ਦਾ ਸਿਹਰਾ ਕੋਈ ਪਾਰਟੀ ਜਾਂ ਵਿਅਕਤੀ ਵਿਸ਼ੇਸ਼ ਨਾ ਲੈ ਜਾਵੇ। ਭਾਵੇਂ ਕਿ ਸਤਿਗੁਰੂ ਜੀ ਨੇ ਕਿਸੇ ਸਕੂਲ ਵਿੱਚ ਜਾ ਕੇ ਕੋਈ ਵਿਵਹਾਰਿਕ ਸਿੱਖਿਆ ਪ੍ਰਾਪਤ ਨਹੀਂ ਕੀਤੀ, ਪਰ ਫਿਰ ਵੀ ਭਾਵੇਂ ਕਿ ਸਤਿਗੁਰੂ ਜੀ ਨੇ ਕਿਸੇ ਸਕੂਲ ਵਿੱਚ ਜਾ ਕੇ ਕੋਈ ਵਿਵਹਾਰਿਕ ਸਿੱਖਿਆ ਪ੍ਰਾਪਤ ਨਹੀਂ ਕੀਤੀ ਸੀ, ਪਰ ਫਿਰ ਵੀ ਉਹਨਾਂ ਨੇ ਗੁਰਮੁਖੀ ਲਿਪੀ ਦੇ 34 ਅੱਖਰਾਂ ਦਾ ਨਿਰਮਾਣ ਕੀਤਾ। ਸਤਿਗੁਰੂ ਜੀ ਨੇ ਗੁਰਮੁਖੀ ਲਿਪੀ ਦੇ 34 ਅੱਖਰਾਂ ਦਾ ਨਿਰਮਾਣ ਕੀਤਾ, ਜੋ ਬਾਅਦ ਵਿੱਚ 35 ਬਣ ਗਏ। ਗਿਆਨੀ ਗੁਰਦਿੱਤ ਸਿੰਘ ਵੱਲੋਂ ਲਿਖੀ ਗਈ ਪੁਸਤਕ 34 ਅੱਖਰ ਦੇ ਆਧਾਰ ਤੇ ਗੁਰੂ ਗ੍ਰੰਥ ਸਾਹਿਬ ਵੀ ਇਸੇ ਗੁਰਮੁਖੀ ਲਿਪੀ ਵਿੱਚ ਲਿਖਿਆ ਗਿਆ ਹੈ। ਬਹੁਤ ਹੀ ਧਿਆਨ ਦੇਣ ਵਾਲੀ ਗੱਲ ਹੈ ਕਿ ਗੁਰੂ ਰਵਿਦਾਸ ਜੀ ਨੇ ਜਿਸ ਗੁਰਮੁਖੀ ਲਿਪੀ ਦਾ ਨਿਰਮਾਣ ਕੀਤਾ ਸੀ, ਉਸ ਦੇ ਨਾਲ ਹੀ 35 ਅੱਖਰ ਹੋਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਲਿਖਿਆ ਗਿਆ ਹੈ। ਸਤਿਗੁਰੂ ਰਵਿਦਾਸ ਜੀ ਦੀ ਬਾਣੀ ਵਿੱਚ ਪਾਲੀ ਭਾਸ਼ਾ ਦਾ ਵੀ, ਜਿਸ ਭਾਸ਼ਾ ਵਿੱਚ ਭਗਵਾਨ ਬੁੱਧ ਦੇ 84,000 ਸੂਤਰ ਅੰਕਿਤ ਹਨ, ਗੁਰੂ ਗ੍ਰੰਥ ਸਾਹਿਬ ਵੀ ਇਸੇ ਗੁਰਮੁਖੀ ਲਿਪੀ ਵਿੱਚ ਲਿਖਿਆ ਗਿਆ ਹੈ। ਸਤਿਗੁਰੂ ਰਵਿਦਾਸ ਜੀ ਦੀ ਬਾਣੀ ਵਿੱਚ ਪਾਲੀ ਭਾਸ਼ਾ ਦਾ ਵੀ ਪ੍ਰਯੋਗ ਕੀਤਾ ਗਿਆ ਹੈ, ਜਿਸ ਭਾਸ਼ਾ ਵਿੱਚ ਭਗਵਾਨ ਬੁੱਧ ਦੇ 84,000 ਸੂਤਰ ਅੰਕਿਤ ਹਨ। ਉਸ ਵੇਲੇ ਅਧਿਕਾਰਹੀਣ ਅਤੇ ਬੇਇੱਜ਼ਤ ਕੀਤੇ ਜਾ ਰਹੇ ਔਰਤ ਸਮਾਜ ਨੂੰ ਸਨਮਾਨਜਨਕ ਸਥਾਨ ਦਿਵਾਉਣ ਵਿੱਚ ਵੀ ਸਤਿਗੁਰੂ ਜੀ ਨੇ ਆਵਾਜ਼ ਉਠਾਈ ਅਤੇ ਆਪਣਾ ਬਣਦਾ ਯੋਗਦਾਨ ਪਾਇਆ। ਇਤਿਹਾਸਿਕ ਤੱਥ ਹੈ ਕਿ ਤਥਾਗਤ ਬੁੱਧ ਦੇ ਤੋਂ 2000 ਸਾਲ ਬਾਅਦ ਦੁਬਾਰਾ ਸਰਮਨ ਸੰਸਕ੍ਰਿਤੀ ਦੇ ਸੰਤ ਸਤਿਗੁਰੂ ਰਵਿਦਾਸ ਜੀ ਨੇ ਹੀ ਮੀਰਾ ਅਤੇ ਰਾਣੀ ਝਾਲਾ ਨੂੰ ਦੀਕਸ਼ਾ ਅਤੇ ਸਿੱਖਿਆ ਦੇ ਕੇ ਧਰਮ ਦੇ ਰਸਤੇ ਤੇ ਲਿਆਂਦਾ ਸੀ। ਨਹੀਂ ਤਾਂ ਮਨੂ ਸਮ੍ਰਿਤੀ ਅਤੇ ਤੁਲਸੀ ਰਾਮ ਦੇ ਰਾਮਚਰਿਤ ਮਾਨਸ ਵਿੱਚ ਔਰਤ ਦੇ ਬਾਰੇ ਵਿੱਚ ਤਾਂ ਅਜਿਹੇ ਅਪਮਾਨਜਨਕ ਸ਼ਬਦ ਲਿਖੇ ਗਏ ਹਨ ਕਿ ਪੜ੍ਹ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਸਤਿਗੁਰੂ ਜੀ ਵੱਲੋਂ ਔਰਤ ਸਮਾਜ ਦੀ ਸਮਾਨਤਾ ਲਈ ਵਿੱਢੇ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਔਰਤਾਂ ਨੂੰ ਹਿੰਦੂ ਕੋਡ ਬਿੱਲ ਅਤੇ ਭਾਰਤੀ ਸੰਵਿਧਾਨ ਰਾਹੀਂ ਕਾਨੂੰਨੀ ਰੂਪ ਵਿੱਚ ਮਰਦ ਦੇ ਬਰਾਬਰ ਅਧਿਕਾਰ ਦਿੱਤੇ। ਸਮੁੱਚੀ ਭਾਰਤ ਨਾਰੀ ਨੂੰ ਸਭ ਤੋਂ ਪਹਿਲਾਂ ਇਹਨਾਂ ਮਹਾਂਪੁਰਸ਼ਾਂ ਦੇ ਅੱਗੇ ਆਪਣਾ ਸ਼ੀਸ਼ ਝੁਕਾਉਣਾ ਚਾਹੀਦਾ ਹੈ। ਸਮੁੱਚੀ ਭਾਰਤੀ ਨਾਰੀ ਨੂੰ ਸਭ ਤੋਂ ਪਹਿਲਾਂ ਇਹਨਾਂ ਮਹਾਂਪੁਰਸ਼ਾਂ ਦੇ ਅੱਗੇ ਆਪਣਾ ਸ਼ੀਸ਼ ਝੁਕਾਉਣਾ ਚਾਹੀਦਾ ਹੈ, ਕਿਉਂਕਿ ਇਹਨਾਂ ਮਹਾਂਪੁਰਸ਼ਾਂ ਨੇ ਹੀ ਨਾਰੀ ਨੂੰ ਮਰਦ ਦੇ ਬਰਾਬਰ ਅਧਿਕਾਰ ਦਿੱਤੇ ਸੀ। ਨਾਰੀ ਨੂੰ ਆਪਣਾ ਪੁਰਾਣਾ ਇਤਿਹਾਸ ਪੜ੍ਹਨਾ ਜ਼ਰੂਰ ਚਾਹੀਦਾ ਹੈ। ਸਤਿਗੁਰੂ ਜੀ ਜੀਵਨ ਸੰਘਰਸ਼ ਨੂੰ ਤਾਂ ਕਾਫੀ ਹੱਦ ਤੱਕ ਮਾਨਤਾ ਮਿਲਣ ਲੱਗ ਪਈ ਹੈ, ਪਰ ਇਸ ਤੋਂ ਬਾਅਦ ਇੱਕ ਹੋਰ ਤੱਥ ਜੋ ਸਾਹਮਣੇ ਆ ਰਿਹਾ ਹੈ, ਜਿਸ ਨੂੰ ਸਾਡਾ ਸਮਾਜ ਅਜੇ ਪ੍ਰਵਾਨ ਕਰਨ ਵਿੱਚ ਹਿਚਕਚਾਹਟ ਮਹਿਸੂਸ ਕਰ ਰਿਹਾ ਹੈ ਕਿ ਸਤਿਗੁਰੂ ਰਵਿਦਾਸ ਜੀ ਦਾ ਦੇਹਾਂਤ ਸਧਾਰਨ ਅਤੇ ਕੁਦਰਤੀ ਰੂਪ ਵਿੱਚ ਨਹੀਂ ਹੋਇਆ, ਸਗੋਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਹੈ। ਪਰ ਅਸੀਂ ਸਤਿਗੁਰੂ ਜੀ ਬਾਰੇ ਇਹ ਆਖਦੇ ਹਾਂ ਕਿ ਉਹ ਜੋਤੀ ਜੋਤ ਸਮਾ ਗਏ। ਜਦੋਂ ਚਿਤੌੜਗੜ੍ਹ ਦੇ ਰਾਜਾ ਰਾਣਾ ਵਿਕਰਮ ਸਿੰਘ ਦੇ ਦਰਬਾਰ ਵਿੱਚ ਸਤਿਗੁਰੂ ਰਵਿਦਾਸ ਜੀ ਨੇ ਸਭ ਅੰਡੇ ਵਿਰੋਧਾਂ ਨੂੰ ਬਾਦ ਵਿਵਾਦ ਵਿੱਚ ਆਪਣੀਆਂ ਠੋਸ ਦਲੀਲਾਂ ਨਾਲ ਤਰਕ ਦੇ ਆਧਾਰ ਤੇ ਹਰਾ ਦਿੱਤਾ, ਤਾਂ ਉਹਨਾਂ ਵੱਲੋਂ ਸਤਿਗੁਰੂ ਰਵਿਦਾਸ ਜੀ ਉੱਪਰ ਸਾਮ, ਦਾਮ, ਦੰਡ ਅਤੇ ਭੇਦ ਦੀ ਨੀਤੀ ਤੇ ਚੱਲਦਿਆਂ ਹੋਇਆਂ ਹਮਲਾ ਕਰ ਦਿੱਤਾ ਗਿਆ ਅਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸ ਦਾ ਵਾਰਾਣਾ ਰਾਜਸਥਾਨ ਵਿੱਚ ਪ੍ਰਚਲਿਤ ਸਤਿਗੁਰੂ ਜੀ ਦੇ ਸੰਬੰਧ ਵਿੱਚ ਸ਼ਬਦ ਜਾਂ ਹਰ ਜਸ ਵੇਲੇ ਗਾਏ ਜਾਂਦੇ ਗੀਤਾਂ ਅਤੇ ਮੀਰਾਂ ਦੇ ਭਜਨਾਂ ਵਿੱਚ ਆਮ ਮਿਲਦਾ ਹੈ। ਇਸ ਦਾ ਵਰਣਨ ਰਾਜਸਥਾਨ ਵਿੱਚ ਪ੍ਰਚਲਿਤ ਸਤਿਗੁਰੂ ਦੇ ਸੰਬੰਧ ਵਿੱਚ ਸ਼ਬਦ ਜਾਂ ਹਰ ਜਸ ਵੇਲੇ ਗਾਏ ਜਾਂਦੇ ਗੀਤਾਂ ਅਤੇ ਮੀਰਾਂ ਦੇ ਭਜਨਾਂ ਵਿੱਚ ਆਮ ਮਿਲਦਾ ਹੈ। ਸਾਨੂੰ ਇਸ ਤੱਥ ਸੰਬੰਧੀ ਆਪਣੀ ਖੋਜ ਨੂੰ ਹੋਰ ਵੀ ਅੱਗੇ ਵਧਾਉਣਾ ਚਾਹੀਦਾ ਹੈ, ਤਾਂ ਕਿ ਅਸੀਂ ਆਉਣ ਵਾਲੀਆਂ ਆਪਣੀਆਂ ਪੀੜ੍ਹੀਆਂ ਨੂੰ ਆਪਣੇ ਰਹਿਬਰ ਦੇ ਅਸਲ ਅਤੇ ਮਾਣ ਮਤੇ ਇਤਿਹਾਸ ਤੋਂ ਜਾਣੂ ਕਰਵਾ ਸਕੀਏ। ਸਾਡੇ ਕੁਝ ਫਰਜ਼ ਵੀ ਹੈ। ਸਾਡੇ ਰਹਿਬਰਾਂ ਨੇ ਜਿੰਨਾ ਵੀ ਸੰਘਰਸ਼ ਕੀਤਾ ਹੈ, ਅਸੀਂ ਉਸ ਦੇ ਮੁਕਾਬਲੇ ਇੱਕ ਸਦੀ ਵੀ ਸੰਘਰਸ਼ ਨਹੀਂ ਕਰ ਰਹੇ। ਸਾਡੇ ਰਹਿਬਰਾਂ ਨੇ ਜਿੰਨਾ ਵੀ ਸੰਘਰਸ਼ ਕੀਤਾ ਹੈ, ਅਸੀਂ ਉਸ ਦੇ ਮੁਕਾਬਲੇ ਇੱਕ ਸਦੀ ਵੀ ਸੰਘਰਸ਼ ਨਹੀਂ ਕਰ ਰਹੇ। ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੀ ਜੀਵਨੀ ਦੀ ਅਸਲ ਸੱਚਾਈ ਨੂੰ ਸਮਾਜ ਦੇ ਅੱਗੇ ਉਜਾਗਰ ਕਰੀਏ
ਜਾਤਾਂ, ਧਰਮਾਂ, ਗੋਤਾਂ ਅਤੇ ਸੰਪਰਦਾਵਾਂ ਵਿੱਚ ਨਾ ਵੰਡ ਹੋਈਏ। ਇਹ ਤਾਂ ਮਨੋਵਾਦ ਲੋਕਾਂ ਦੀ ਛੜਯੰਤਰ ਹੈ ਕਿ ਅਸੀਂ ਕਿਸੇ ਸਮਾਜ ਨੂੰ ਜਿੰਨਾ ਵੱਧ ਤੋਂ ਵੱਧ ਵੰਡ ਕੇ ਰੱਖਿਆ ਜਾ ਸਕੇ ਉਨਾ ਹੀ ਵੱਧ ਸਮਾਂ ਉਸ ਸਮਾਜ ਦੇ ਲੋਕਾਂ ਉੱਪਰ ਰਾਜ ਕੀਤਾ ਜਾ ਸਕਦਾ ਹੈ। ਪਰ ਅਸੀਂ ਖੁਦ ਹੀ ਅਗਿਆਨਤਾ ਬਸ ਕੌਮ ਨੂੰ ਵੱਖ-ਵੱਖ ਧਰਮਾਂ ਤੇ ਹਿੱਸਿਆਂ ਵਿੱਚ ਵੰਡੀ ਜਾ ਰਹੇ ਹਾਂ। ਇੱਕ ਰਾਜਨੀਤਿਕ ਵਿਅਕਤੀ ਤਾਂ ਕਿਸੇ ਖਾਸ ਸਮੂਹ ਜਾਂ ਵਰਗ ਨਾਲ ਕੋਈ ਖਾਸ ਲਗਾਓ ਹੋ ਸਕਦਾ ਹੈ, ਪਰ ਸਾਨੂੰ ਤਾਂ ਸਮਾਜ ਦੇ ਹਿੱਤਾਂ ਬਾਰੇ ਸੋਚਣਾ ਚਾਹੀਦਾ ਹੈ ਕਿ ਕਿਵੇਂ ਕਰਮਕਾਂਡ, ਵਹਿਮਾਂ ਭਰਮਾਂ ਅਤੇ ਅਡੰਬਰਾਂ ਨੂੰ ਤਿਆਗ ਕੇ ਆਪਣੀ ਤਰੱਕੀ ਲਈ ਯਤਨ ਕੀਤੇ ਜਾ ਸਕਦੇ ਹਨ। ਸਾਨੂੰ ਤਾਂ ਸੋਚਣਾ ਚਾਹੀਦਾ ਹੈ ਨਾ ਕਿ ਕਿਵੇਂ ਇਹ ਵਹਿਮਾਂ ਭਰਮਾਂ ਦਾ ਤਿਆਗ ਕਰਕੇ ਆਪਣੀ ਤਰੱਕੀ ਲਈ ਯਤਨ ਕੀਤੇ ਜਾ ਸਕਦੇ ਹਨ, ਕਿਵੇਂ ਬੱਚਿਆਂ ਦੇ ਉਜਵਲ ਭਵਿੱਖ ਲਈ ਉਹਨਾਂ ਨੂੰ ਉੱਚ ਵਿੱਦਿਆ ਦਿਵਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਉਹਨਾਂ ਨੂੰ ਸਹੀ ਦਿਸ਼ਾ ਪ੍ਰਦਾਨ ਕੀਤੀ ਜਾ ਸਕਦੀ ਹੈ। ਅਸੀਂ ਤਾਂ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਆਪਣਾ ਪੂਰਾ ਪਰਿਵਾਰ ਹੀ ਦਾਅ ਤੇ ਲਗਾ ਦਿੰਦੇ ਹਾਂ, ਅਸੀਂ ਕੋਈ ਸੋਚਦੇ ਹੀ ਨਹੀਂ। ਸੋ ਅਸੀਂ ਸਤਿਗੁਰੂ ਰਵਿਦਾਸ ਜੀ ਦੇ ਅਸਲੀ ਵਾਰਸ ਤਦ ਹੀ ਅਖਵਾ ਸਕਦੇ ਹਾਂ ਜੇਕਰ ਅਸੀਂ ਉਹਨਾਂ ਵੱਲੋਂ ਪਾਏ ਗਏ ਪੂਨਿਆਂ ਉੱਪਰ ਚੱਲ ਕੇ ਉਹਨਾਂ ਵੱਲੋਂ ਚਲਾਏ ਵਿਵਸਥਾ ਪ੍ਰਬੰਧਨ ਦੇ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ ਮੰਜ਼ਿਲ ਮਕਸੂਦ ਪਹੁੰਚੀਏ, ਤਦ ਹੀ ਅਸੀਂ ਉਹਨਾਂ ਦਾ ਬੇਗਮਪੁਰਾ ਸ਼ਹਿਰ ਕਾ ਨਾਮ ਸ਼ਬਦ ਗਾਉਣ ਦੇ ਹੱਕਦਾਰ ਹੋ ਸਕਦੇ ਹਾਂ। ਇਹੀ ਸਾਡੀ ਸਤਿਗੁਰੂ ਰਵਿਦਾਸ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਅਤੇ ਇਹੀ ਸੱਚੀ ਆਰਤੀ ਹੋਵੇਗੀ। ਇਸ ਤਰ੍ਹਾਂ ਨਾਲ ਹੀ ਅਸੀਂ ਆਪਣੇ ਮਹਾਂਪੁਰਸ਼ਾਂ ਦਾ ਸੁਪਨਾ ਪੂਰਾ ਕਰ ਸਕਦੇ ਹਾਂ। ਇਸ ਦੇਸ਼ ਨੂੰ ਭਗਵਾਨ ਬੁੱਧ ਦਾ ਜੋ ਰਸਤਾ ਸੀ ਉਸ ਰਾਹ ਤੇ ਚੱਲ ਕੇ ਇਹ ਬੇਗਮਪੁਰਾ ਵਸਾ ਸਕਦੇ ਹਾਂ। ਸੋ ਭਵਤੂ ਸਭ ਮੰਗਲੰ, ਸਭ ਦਾ ਭਲਾ ਹੋਵੇ, ਸਭ ਪ੍ਰਾਣੀ ਸੁਖੀ ਰਹਿਣ, ਸਭ ਪ੍ਰਾਣੀ ਨਿਰੋਗੀ ਰਹਿਣ। ਇਹ ਪੁਸਤਕ ਧੰਮਾ ਫੈਡਰੇਸ਼ਨ ਆਫ ਇੰਡੀਆ ਫਿਲੌਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਇਹ ਕਿਤਾਬ ਬੋਧੀਸਤਵ ਗੁਰੂ ਰਵਿਦਾਸ ਜੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਜਿਹੜੀ US ਤੋਂ ਰਜਿਸਟਰਡ ਹੈ ਉਸ ਵੱਲੋਂ ਛਪਾਈ ਗਈ ਹੈ, ਜੋ ਕਿ ਹਰ ਇਨਸਾਨ ਨੂੰ ਪੜ੍ਹਨੀ ਚਾਹੀਦੀ ਹੈ। ਇਹ ਪੁਸਤਕ ਸਾਰੇ ਹੀ ਪੜ੍ਹੋ, ਸਮਝੋ। ਜੇਕਰ ਮੇਰੇ ਕੋਲੋਂ ਕੁਝ ਗਲਤੀ ਗੱਲਾਂ ਕਹਿ ਗਈਆਂ ਹੋਣ ਤਾਂ ਮੈਨੂੰ ਮਾਫ ਕਰਿਓ, ਤੁਹਾਡਾ ਛੋਟਾ ਵੀਰ ਆ। ਔਰ ਇਸੇ ਤਰ੍ਹਾਂ ਆਪਾਂ ਡਿਟੇਲ ਦੇ ਵਿੱਚ ਅੱਗੇ ਵੀ ਕਿਤਾਬਾਂ ਦੀ ਪੜ੍ਹਾਈ ਕਰਾਂਗੇ ਤਾਂ ਜੋ ਸਾਨੂੰ ਸਾਡੇ ਮਹਾਂਪੁਰਸ਼ਾਂ ਰਹਿਬਰਾਂ ਦਾ ਗਿਆਨ ਪ੍ਰਾਪਤ ਹੋ ਸਕੇ। ਸੋ ਆਪ ਸਭ ਦੇ ਲਈ ਬਹੁਤ ਬਹੁਤ ਮੰਗਲ ਕਾਮਨਾਵਾਂ। ਜੈ ਭੀਮ, ਜੈ ਭਾਰਤ, ਨਮੋ ਬੁੱਧਾਏ।